Hello everyone, welcome to my YouTube channel. This is Geeta Agarwal, English Mistress, Convent Senior Secondary School, Ekolaha, Block Khanna 1, Ludhiana. Today I am going to prepare a complete video of the lesson of 10th class of main course book The Happy Prince. ਪਿਆਰੇ ਬੱਚਿਓ, ਆਪਾਂ ਇਹ ਲੈਸਨ ਲਾਈਨ ਟੂ ਲਾਈਨ ਵਰਡ ਟੂ ਵਰਡ ਪੜਾਂਗੇ। ਤੁਸੀਂ ਕਿਰਪਾ ਕਰਕੇ ਆਪਣੀਆਂ ਕਿਤਾਬਾਂ ਆਪਣੇ ਕੋਲ ਰੱਖ ਸਕਦੇ ਹੋ ਅਤੇ ਨਾਲ-ਨਾਲ ਦੇਖ ਸਕਦੇ ਹੋ। The Happy Prince was a beautiful statue. Happy Prince बहुत ही खूबसूरत एक बुੱਤ ਬਣਿਆ ਹੋਇਆ ਸੀ। He was covered with gold. ਉਹ ਸੋਨੇ ਨਾਲ ਢਕਿਆ ਹੋਇਆ ਸੀ। He had sapphires for eyes. ਉਸ ਦੀਆਂ ਅੱਖਾਂ ਦੇ ਵਿੱਚ sapphires ਲੱਗੀਆਂ ਹੋਈਆਂ ਸਨ ਨੀਲੇ ਰੰਗ ਦਾ, ਜਿਹਨੂੰ ਨੀਲਮ ਕਹਿੰਦੇ ਨੇ। And a ruby in his sword. ਅਤੇ ਸੌਰਡ ਕੀ ਹੁੰਦੀ ਹੈ ਬੱਚੋ? ਤਲਵਾਰ ਦੇ ਵਿੱਚ ਉਸਦੇ ਰੂਬੀ ਲੱਗੀ ਸੀ ਰੈੱਡ ਕਲਰ ਦੀ। ਵਾਈ ਡਿਡ ਹੀ ਵਾਂਟ ਟੂ ਪਾਰਟ ਵਿਦ ਆਲ ਦ ਗੋਲਡ ਦੈਟ ਹੀ ਹੈਡ? ਕਿਉਂ ਉਹ ਆਪਣੇ ਉੱਪਰ ਲੱਗੇ ਹੋਏ ਸੋਨੇ ਨੂੰ ਉਤਾਰ ਦੇਣਾ ਚਾਹੁੰਦਾ ਸੀ? ਐਂਡ ਹੀਜ਼ ਪ੍ਰੈਸ਼ੀਅਸ ਸਟੋਨਸ, ਤੇ ਬੇਸ਼ਕੀਮਤੀ ਜਿਹੜੇ ਉਹਦੇ ਉੱਪਰ ਸਟੋਨਸ ਲੱਗੇ ਹੋਏ ਸੀ ਉਹਨਾਂ ਨੂੰ ਵੀ ਉਹ ਚਾਹੁੰਦਾ ਸੀ ਕਿ ਉਸ ਤੋਂ ਦੂਰ ਕਰ ਲਿਆ ਜਾਵੇ। ਨਾਓ ਲੈਟ ਅਸ ਰੀਡ ਦ ਸਟੋਰੀ। ਪੈਰਾ 1। High above the city on a tall column stood the statue of the Happy Prince. ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਹੈਪੀ ਪ੍ਰਿੰਸ ਦਾ ਇੱਕ ਬੁੱਤ ਨਜ਼ਰ ਆ ਰਿਹਾ ਹੈ ਜੋ ਕਿ ਇੱਕ ਟਾਲ ਕਾਲਮ ਦੇ ਉੱਪਰ ਲੱਗਿਆ ਹੋਇਆ ਹੈ। He was gilded all over with thin leaves of fine gold. ਤੇ ਉਹ ਜੜਿਆ ਹੋਇਆ ਸੀ ਕਾਹਦੇ ਨਾਲ? thin leaves, ਪੱਤਰੇ ਨਾਲ, ਪੱਤੀਆਂ ਕਹਿ ਸਕਦੇ ਹਾਂ ਜਾਂ ਪੱਤਰਾ। ਜਿਵੇਂ ਗੋਲਡਨ ਟੈਂਪਲ ਦੇ ਉੱਪਰ, ਹਰਿਮੰਦਰ ਸਾਹਿਬ ਦੇ ਉੱਪਰ ਤੁਸੀਂ ਦੇਖਿਆ ਵੀ ਸੋਨੇ ਦਾ ਪੱਤਰਾ ਚੜਿਆ ਹੋਇਆ, ਉਸੇ ਤਰ੍ਹਾਂ ਹੀ ਇਸ ਦੇ ਉੱਪਰ ਵੀ ਸੋਨੇ ਦਾ ਪੱਤਰਾ ਚੜਿਆ ਹੋਇਆ ਸੀ। ਫॉर ਆਈਜ਼ ਹੀ ਹੈਡ 2 ਬ੍ਰਾਈਟ ਸਫਾਇਰਸ। ਅੱਖਾਂ ਦੇ ਵਿੱਚ ਉਸਦੇ 2 ਚਮਕੀਲੇ ਨੀਲਮ ਲੱਗੇ ਹੋਏ ਸੀ। ਐਂਡ ਅ ਲਾਰਜ ਰੈਡ ਰੂਬੀ ਗਲੋਡ ਔਨ ਹਿਜ਼ ਸੌਰਡ ਹਿਲਟ। ਤੇ ਇੱਕ ਲਾਲ ਰੰਗ ਦੀ ਰੂਬੀ ਉਸ ਦੇ ਸੌਰਡ ਦੀ ਹਿਲਟ ਦੇ ਵਿੱਚ, ਹਿਲਟ ਮਤਲਬ ਹੱਥਾ, ਜਿੱਥੋਂ ਆਪਾਂ ਸੌਰਡ ਨੂੰ ਪਕੜਦੇ ਹਾਂ ਉੱਥੇ ਲੱਗੀ ਹੋਈ ਸੀ, ਚਮਕਦੀ ਸੀ। ਵਨ ਨਾਈਟ ਦੇਅਰ ਫਲੂ ਓਵਰ ਦ ਸਿਟੀ ਅ ਲਿਟਲ ਸਵੈਲੋ। ਜਿਵੇਂ ਕਿ ਤੁਸੀਂ ਫੋਟੋ 'ਚ ਦੇਖ ਸਕਦੇ ਹੋ, ਇੱਕ ਰਾਤ ਇੱਕ ਉੱਥੇ ਸਵੈਲੋ ਉੜਦਾ ਆਇਆ। ਹਿਸ ਫਰੈਂਡਸ ਹੈਡ ਗੋਨ ਅਵੇ ਟੂ ਇਜਿਪਟ 6 ਵੀਕਸ ਬਿਫੋਰ। ਉਸ ਦੇ ਦੋਸਤ ਇਜਿਪਟ, ਜਿਹਨੂੰ ਕਿ ਮਿਸਰ ਕਹਿੰਦੇ ਨੇ, ਦੇਸ਼ ਦਾ ਨਾਮ ਹੈ, ਉੱਥੇ ਜਾ ਚੁੱਕੇ ਹਨ 6 ਹਫ਼ਤੇ ਪਹਿਲਾਂ। ਬਟ ਹੀ ਹੈਡ ਸਟੇਡ ਬਿਹਾਈਂਡ, ਪਰ ਉਹ ਪਿੱਛੇ ਰਹਿ ਗਿਆ। ਦੈਨ ਹੀ ਡਿਸਾਈਡਡ ਟੂ ਗੋ ਟੂ ਇਜਿਪਟ ਟੂ। ਤੇ ਹੁਣ ਉਸਨੇ ਇਹ ਡਿਸਾਈਡ ਕੀਤਾ ਕਿ ਹੁਣ ਉਹ ਵੀ ਇਜਿਪਟ ਜਾਵੇਗਾ। ਆਲ ਡੇ ਲੌਂਗ ਹੀ ਫਲੂ, ਸਾਰਾ ਦਿਨ ਉਹ ਉੜਦਾ ਰਿਹਾ। ਐਂਡ ਐਟ ਨਾਈਟ ਟਾਈਮ ਹੀ ਅਰਾਈਵਡ ਐਟ ਦ ਸਿਟੀ, ਤੇ ਰਾਤ ਦੇ ਸਮੇਂ ਉਹ ਸਿਟੀ ਵਿੱਚ ਆ ਗਿਆ। ਵੇਅਰ ਸ਼ੈਲ ਆਈ ਪੁੱਟ ਅਪ, ਮੈਂ ਹੁਣ ਕਿੱਥੇ ਬੈਠਾਂ? ਹੀ ਸੈਡ, ਉਸਨੇ ਕਿਹਾ। ਆਈ ਹੋਪ ਦ ਟਾਊਨ ਹੈਜ਼ ਮੇਡ ਪ੍ਰੈਪਰੇਸ਼ਨਸ, ਮੈਂ ਉਮੀਦ ਕਰਦਾ ਕਿ ਸ਼ਹਿਰ ਵਾਲਿਆਂ ਨੇ ਤਿਆਰੀ ਕੀਤੀ ਹੋਊਗੀ। ਦੈਨ ਹੀ ਸੌ ਦ ਸਟੈਚੂ ਆਫ ਦ ਟਾਲ ਔਨ ਦ ਟਾਲ ਕਾਲਮ, ਫਿਰ ਉਹ ਸਟੈਚੂ ਦੇਖਦਾ ਹੈ ਟਾਲ ਕਾਲਮ ਦੇ ਉੱਪਰ। ਆਈ ਵਿਲ ਪੁੱਟ ਅਪ ਦੇਅਰ, ਮੈਂ ਉੱਥੇ ਬੈਠਾਂਗਾ। ਹੀ ਕ੍ਰਾਈਡ, ਉਸਨੇ ਉੱਚੀ ਆਵਾਜ਼ ਵਿੱਚ ਕਿਹਾ। ਇਟ ਇਜ਼ ਅ ਫਾਈਨ ਪੋਜੀਸ਼ਨ ਵਿਦ ਪਲੈਂਟੀ ਆਫ ਫਰੈਸ਼ ਏਅਰ, ਇਹ ਇੱਕ ਵਧੀਆ ਜਗ੍ਹਾ ਹੈ ਜਿੱਥੇ ਕਿ ਬਹੁਤ ਜ਼ਿਆਦਾ ਤਾਜ਼ੀ ਹਵਾ ਆਵੇਗੀ। ਸੋ ਹੀ ਅਲਾਈਟਡ ਜਸਟ ਬਿਟਵੀਨ ਦ ਫੀਟ ਆਫ ਦ ਹੈਪੀ ਪ੍ਰਿੰਸ, ਇਸ ਕਰਕੇ ਉਹ ਹੈਪੀ ਪ੍ਰਿੰਸ ਦੇ ਪੈਰਾਂ ਦੇ ਵਿਚਕਾਰ ਬੈਠ ਜਾਂਦਾ ਹੈ। ਆਈ ਹੈਵ ਅ ਗੋਲਡਨ ਬੈਡਰੂਮ, ਮੇਰਾ ਅੱਜ ਸੋਨੇ ਦਾ ਕਮਰਾ ਹੈ। ਹੀ ਸੈਡ ਸੌਫਟਲੀ ਟੂ ਹਿਮਸੈਲਫ ਐਜ਼ ਹੀ ਲੁਕਡ ਅਰਾਊਂਡ, ਜਦੋਂ ਉਸਨੇ ਇੱਧਰ ਉੱਧਰ ਦੇਖਿਆ ਤਾਂ ਉਸਨੇ ਹੌਲੀ ਆਵਾਜ਼ ਵਿੱਚ ਆਪਣੇ ਆਪ ਨੂੰ ਕਿਹਾ। ਐਂਡ ਹੀ ਪ੍ਰੀਪੇਅਰ ਟੂ ਗੋ ਟੂ ਸਲੀਪ, ਤੇ ਉਹ ਸੌਣ ਦੀ ਤਿਆਰੀ ਕਰਨ ਲੱਗਿਆ। ਬਟ ਜਸਟ ਐਜ਼ ਹੀ ਵਾਜ਼ ਪੁਟਿੰਗ ਹਿਜ਼ ਹੈਡ ਅੰਡਰ ਹਿਜ਼ ਵਿੰਗਸ
ਜਦੋਂ ਹੀ ਉਸਨੇ ਆਪਣੇ ਪੰਖਾਂ ਦੇ ਨੀਚੇ ਆਪਣੇ ਸਿਰ ਨੂੰ ਦਿੱਤਾ, a large drop of water fell on him. ਇੱਕ ਵੱਡਾ ਪਾਣੀ ਦਾ ਤੁਪਕਾ ਉਸਦੇ ਉੱਪਰ ਗਿਰਿਆ। What a curious thing! ਇਹ ਅਜੀਬ ਚੀਜ਼ ਕੀ ਹੈ? He cried. ਉਹ ਚੀਖਿਆ। There is not a single cloud in the sky. ਆਸਮਾਨ ਦੇ ਵਿੱਚ ਕੋਈ ਵੀ ਬੱਦਲ ਨਹੀਂ ਹੈ। The stars are quite clear and bright. ਤਾਰੇ ਪੂਰੀ ਤਰ੍ਹਾਂ ਸਾਫ਼ ਅਤੇ ਚਮਕਦਾਰ ਹਨ। And yet it is raining. ਫਿਰ ਵੀ ਬਾਰਿਸ਼ ਹੋ ਰਹੀ ਹੈ। Then another drop fell. ਇੰਨੇ ਵਿੱਚ ਹੀ ਇੱਕ ਹੋਰ ਤੁਪਕਾ ਗਿਰਿਆ। What is the use of a statue if ਇਹ ਜਿਹੇ ਸਟੈਚੂ ਦਾ ਕੀ ਫਾਇਦਾ ਜੋ ਕਿ ਬਾਰਿਸ਼ ਨੂੰ ਦੂਰ ਨਹੀਂ ਰੱਖ ਸਕਦਾ। He said, I must look for a good chimney pot. ਮੈਨੂੰ ਕਿਤੇ ਹੋਰ ਚਿਮਨੀ ਪੋਟ ਦੇਖਣੀ ਚਾਹੀਦੀ ਹੈ। And he determined to fly away. ਅਤੇ ਉਸਨੇ ਉੜਨ ਦਾ ਫੈਸਲਾ ਕਰ ਲਿਆ। But before he had opened his wings, ਇਸ ਤੋਂ ਪਹਿਲਾਂ ਕਿ ਉਹ ਆਪਣੇ ਪੰਖ ਖੋਲ੍ਹਦਾ, a third drop fell. ਤੀਜਾ ਪਾਣੀ ਦਾ ਤੁਪਕਾ ਉਸ ਉੱਪਰ ਗਿਰਿਆ। And he looked up. ਅਤੇ ਉਸਨੇ ਉੱਪਰ ਦੇਖਿਆ। And saw ਅਤੇ ਦੇਖਿਆ। What did he see? ਉਸਨੇ ਕੀ ਦੇਖਿਆ? The eyes of the happy prince were filled with tears. Happy prince ਦੀਆਂ ਅੱਖਾਂ tears ਨਾਲ ਭਰੀਆਂ ਪਈਆਂ ਸਨ। tears ਕੀ ਹੁੰਦੇ ਨੇ? ਹੰਝੂ। ਹੰਝੂਆਂ ਨਾਲ ਭਰੀਆਂ ਪਈਆਂ ਸਨ। And tears were running down his golden cheeks. ਅਤੇ ਹੰਝੂ ਉਸ ਦੀਆਂ ਸੁਨਹਿਰੀ ਗੱਲਾਂ ਤੋਂ ਨੀਚੇ ਡਿੱਗ ਰਹੇ ਸਨ। His face was so beautiful in the moonlight that the little swallow was filled with pity. ਉਸ ਦਾ ਚਿਹਰਾ ਚੰਦਰਮਾ ਦੀ ਰੋਸ਼ਨੀ ਵਿੱਚ ਇੰਨਾ ਸੋਹਣਾ ਲੱਗ ਰਿਹਾ ਸੀ ਕਿ ਲਿਟਲ ਸਵੈਲੋ ਨੂੰ ਉਸ ਦੇ ਉੱਪਰ ਤਰਸ ਆ ਗਿਆ। Who are you? He said. ਉਸਨੇ ਕਿਹਾ, ਤੂੰ ਕੌਣ ਹੈ? I am the happy prince. ਮੈਂ ਹੈਪੀ ਪ੍ਰਿੰਸ ਹਾਂ। Why are you weeping then? ਕਿ ਜੇ ਤੂੰ ਹੈਪੀ ਪ੍ਰਿੰਸ ਹੈ ਫਿਰ ਰੋਂਦਾ ਕਿਉਂ ਹੈ? Asked the swallow. swallow ਨੇ ਪੁੱਛਿਆ। You have quite drenched me. ਤੂੰ ਤਾਂ ਮੈਨੂੰ ਭਿਓ ਹੀ ਦਿੱਤਾ। When I was alive and had a human heart, answered the statue. ਤਾਂ ਸਟੈਚੂ ਦੱਸਣ ਲੱਗਿਆ ਕਿ ਜਦੋਂ ਮੈਂ ਜੀਂਦਾ ਸੀ ਅਤੇ ਮੇਰਾ ਇੱਕ ਇਨਸਾਨ ਦਾ ਦਿਲ ਸੀ, I did not know what tears were. ਮੈਨੂੰ ਨਹੀਂ ਪਤਾ ਸੀ ਕਿ ਹੰਝੂ ਕੀ ਹੁੰਦੇ ਨੇ। For I lived in the palace. Palace ਕੀ ਹੁੰਦਾ ਬੱਚਿਓ? ਮਹਿਲ। ਕਿਉਂਕਿ ਮੈਂ ਮਹਿਲ ਵਿੱਚ ਰਹਿੰਦਾ ਸੀ। Where sorrow is not allowed to enter. ਜਿੱਥੇ ਦੁੱਖ ਨੂੰ, sorrow means ਦੁੱਖ, ਜਿੱਥੇ ਦੁੱਖ ਨੂੰ ਅੰਦਰ ਆਉਣ ਤੋਂ ਮਨਾਹੀ ਸੀ। My courtiers called me the happy prince. ਮੇਰੇ ਦਰਬਾਰੀ ਮੈਨੂੰ ਹੈਪੀ ਪ੍ਰਿੰਸ ਕਹਿੰਦੇ ਸਨ। ਐਂਡ ਹੈਪੀ ਇੰਡੀਡ ਆਈ ਵਾਜ਼। ਅਤੇ ਸੱਚਮੁੱਚ ਹੀ ਮੈਂ ਬਹੁਤ ਖੁਸ਼ ਸੀ। ਸੋ ਆਈ ਲਿਵਡ ਐਂਡ ਸੋ ਆਈ ਡਾਈਡ। ਮੈਂ ਇਸੇ ਤਰ੍ਹਾਂ ਹੀ ਜੀਆ ਅਤੇ ਇਸੇ ਤਰ੍ਹਾਂ ਹੀ ਮਰ ਗਿਆ। ਐਂਡ ਨਾਓ that I am dead, they have set me up here so high. ਅਤੇ ਹੁਣ ਜਦੋਂ ਮੈਂ ਮਰ ਗਿਆ ਹਾਂ ਤਾਂ ਉਹਨਾਂ ਨੇ ਮੈਨੂੰ ਇੱਥੇ ਰੱਖ ਦਿੱਤਾ ਹੈ। That I can see the ugliness and all the misery of my city. ਜਿੱਥੋਂ ਮੈਂ ਆਪਣੇ ਸ਼ਹਿਰ ਦੀ ਬਦਸੂਰਤੀ ਅਤੇ ਮਿਜ਼ਰੀ ਨੂੰ ਦੇਖ ਸਕਦਾ ਹਾਂ। ਮਿਜ਼ਰੀ ਮਤਲਬ ਗਰੀਬੀ ਨੂੰ ਦੇਖ ਸਕਦਾ ਹਾਂ। And though my heart is made of lead, ਜਦੋਂ ਕਿ ਮੇਰਾ ਦਿਲ ਲੈਡ ਦਾ ਬਣਿਆ ਹੋਇਆ ਹੈ, yet I cannot choose but weep. ਇਸ ਕਰਕੇ ਮੈਂ ਹੋਰ ਕੁਝ ਨਹੀਂ ਕਰ ਸਕਦਾ, ਬਸ ਰੋ ਸਕਦਾ ਹਾਂ। What is he not solid gold? ਕੀ ਉਹ ਸੋਨੇ ਦਾ ਨਹੀਂ ਬਣਿਆ ਹੋਇਆ? ਉਹ ਮਤਲਬ ਦਿਲ ਸੋਨੇ ਦਾ ਨਹੀਂ ਬਣਿਆ ਹੋਇਆ, ਲੈਡ ਦਾ ਬਣਿਆ ਹੋਇਆ। said the swallow to himself. swallow ਨੇ ਆਪਣੇ ਆਪ ਨੂੰ ਕਿਹਾ। He was too polite to make any personal remarks. ਕਿਉਂਕਿ swallow ਇੰਨਾ ਚੰਗਾ ਸੀ ਕਿ ਉਸ ਨੂੰ ਪਰਸਨਲ ਰਿਮਾਰਕਸ ਦੇਣਾ ਠੀਕ ਨਹੀਂ ਸਮਝਿਆ। Far away, continued the statue in a low musical voice. ਤਾਂ ਸਟੈਚੂ ਨੇ ਇੱਕ ਹੌਲੀ ਸੰਗੀਤਮਈ ਆਵਾਜ਼ ਦੇ ਵਿੱਚ ਬੋਲਣਾ ਸ਼ੁਰੂ ਕੀਤਾ। Far away, in a little street, there is a poor house. ਦੂਰ ਇੱਕ ਪਤਲੀ ਜਿਹੀ ਗਲੀ ਦੇ ਵਿੱਚ ਇੱਕ ਗਰੀਬ ਘਰ ਹੈ। One of the windows is open.
घर दियां विंडोज़ दे विचों एक विंडो खुली है एंड थ्रू इट आई कैन सी अ वूमन, उस दे विचों मैं एक औरत नूं देख सकदा हाँ सीटेड एट अ टेबल, जिहड़ी कि टेबल दे उपर बैठी है। हर फेस इज़ थिन एंड वॉन, उसका चेहरा पतला अते उतरिया होया है, उदास है मतलब। एंड शी हैज़ कोर्स रेड हैंड्स, उसदे खुरदरे लाल हत्थ हन। ऑल प्रिक्ड बाय द नीडल, सारे सूई दे नाल छिले पए हन। फॉर शी इज़ अ सीमस्ट्रेस, क्योंकि वो एक सीमस्ट्रेस है। सीमस्ट्रेस मतलब जिन्हों आपां कढ़ाई करन वाला कह सकते हैं जां दरजानी भी कह सकते हैं। शी इज़ एम्ब्रॉयडरिंग फ्लावर्स ऑन अ satin gown for the loveliest of the queen's maid of honor। ਉਹ ਇੱਕ ਸਾਟਨ ਕਪੜਾ ਹੁੰਦਾ ਸਾਟਨ ਦੇ ਗਾਊਨ ਦੇ ਉੱਪਰ ਉਹ ਫੁੱਲਾਂ ਦੀ ਕਢਾਈ ਕੱਢ ਰਹੀ ਹੈ ਅਤੇ ਉਹ ਕਢਾਈ ਕਿਹਦੇ ਲਈ ਕੱਢ ਰਹੀ ਹੈ ਕਿਉਂਕਿ ਉੱਥੇ ਕੁਈਨ ਦੀ ਨੌਕਰਾਨੀ ਨੇ ਉਹ ਪਾਣਾ ਉੱਥੇ ਟੂ ਵੀਅਰ ਐਟ ਦ ਨੈਕਸਟ ਕੋਰਟ ਬਾਲ, ਕਿੱਥੇ ਪਾਣਾ ਨੈਕਸਟ ਕੋਰਟ ਬਾਲ ਜਿਹੜੀ ਹੋਊਗੀ ਮਤਲਬ ਪਾਰਟੀ ਹੋਊਗੀ ਜਿਹੜੀ ਉੱਥੇ ਉਹਨੇ ਪਹਿਨਣਾ ਹੈ। ਇਨ ਅ ਬੈਡ ਇਨ ਦ ਕੋਰਨਰ ਆਫ ਦ ਰੂਮ ਹਰ ਲਿਟਲ ਬॉय ਇਜ਼ ਲਾਈਂਗ ਇਲ, ਜਿਵੇਂ ਕਿ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਤਾਂ ਕੋਰਨਰ ਦੇ ਵਿੱਚ ਉਸ ਦਾ ਬੱਚਾ ਬਿਮਾਰ ਪਿਆ ਤੇ ਰੋ ਰਿਹਾ ਹੈ। ਹੀ ਹੈਜ਼ ਫੀਵਰ, ਉਸ ਨੂੰ ਬੁਖਾਰ ਹੈ ਐਂਡ ਇਜ਼ ਆਸਕਿੰਗ ਹਿਜ਼ ਮਦਰ ਟੂ ਗਿਵ ਹਿਮ ਔਰੇਂਜਿਸ, ਤੇ ਉਹ ਆਪਣੀ ਮਾਂ ਨੂੰ ਕਹਿ ਰਿਹਾ ਹੈ ਕਿ ਮੈਨੂੰ ਸੰਤਰੇ ਚਾਹੀਦੇ ਹਨ। His mother has nothing to give him but river water, ਉਸਦੀ ਮਾਂ ਕੋਲ ਉਸਨੂੰ ਦੇਣ ਲਈ ਹੋਰ ਕੁਝ ਨਹੀਂ ਹੈ, ਬਸ ਉਹ ਉਸਨੂੰ ਨਦੀ ਦਾ ਪਾਣੀ ਹੀ ਦੇ ਰਹੀ ਹੈ। So he is crying, ਇਸ ਕਰਕੇ ਉਹ ਰੋ ਰਿਹਾ ਹੈ। Swallow little swallow, will you not bring her the ruby out of my sword hilt? Swallow, ਕੀ ਤੂੰ ਮੈਨੂੰ ਮੇਰੇ ਸੌਰਡ ਦੀ ਹਿਲਟ ਦੇ ਵਿੱਚੋਂ, ਸੌਰਡ ਕੀ ਦੱਸਿਆ ਸੀ ਤਲਵਾਰ, ਹਿਲਟ ਕੀ ਦੱਸਿਆ ਸੀ ਹੱਥਾ, ਕੀ ਤੂੰ ਮੇਰੀ ਸੌਰਡ ਹਿਲਟ ਦੇ ਵਿੱਚੋਂ रूबी कढ़ के उसनों नहीं दे के आएगा। माई फीट आर फास्टन टू दिस पेडेस्टल, मेरे पैर तां इस चबूतरे नाल बन्ने हुए हन एंड आई कैन नॉट मूव, अते मैं हिल नहीं सकदा। आई एम वेटेड फॉर इन इजिप्ट सेट द स्वैलो, स्वैलो ने कहा मेरी तो इजिप्ट च वेट हो रही है। माई फ्रेंड्स आर फ्लाइंग अप एंड डाउन द नाइल, मेरे दोस्त तां नील नदी है बेटे उत्थे इजिप्ट दे विच, तां मेरे दोस्त तां नील नदी दे उपर नीचे उड़ रहे होंगे। एंड टॉकिंग टू द लोटस फ्लावर्स, ते उत्थे कमल दे फुल्लां नाल गल्लां मार रहे होंगे। सून दे विल गो टू स्लीप, जल्दी ही ओह सो जाणगे। द प्रिंस आस्क्ड द स्वैलो टू स्टे विद हिम फॉर वन नाइट एंड बी हिज मैसेंजर, प्रिंस ने उसनूं कहा तू मेरे नाल एक रात रुक जा ते मेरा दूत बन जा। द बॉय इज सो थर्स्टी, मुंडा बहुत प्यासा है। एंड द मदर सो सैड, ते माँ बहुत उदास है। ही सेड, उसने कहा I don't think I like boys, answered the swallow। स्वैलो ने उत्तर दिता मैनू नहीं लगता कि मैनू बच्चे पसंद हैं। I want to go to Egypt, मैं तो इजिप्ट जाना है। But the happy prince looked so sad that the little swallow was sorry, पर हैप्पी प्रिंस इन्ना उदास हो जाता है कि स्वैलो नू तरस आ जाता है। It is very cold here, बहुत ठंड है इत्थे। He said, उसने कहा। But he agreed, agree की हुंदा मान जाना, सहमत हो जाना। But he agreed to stay with him for one night and be his messenger, पर वो मन जाता है कि वो एक रात दे लई उसका मैसेंजर बन जाएगा। Thank you little swallow, said the prince, प्रिंस ने कहा thank you little swallow। The swallow picked out the great ruby from the prince sword। swallow ग्रेट रूबी जिहड़ी बड्डी रूबी है प्रिंस दे सोर्ड दे विचों कढ़दा है एंड फ्लू अवे विद इट इन हिज बीक ओवर द रूफ्स ऑफ द टाउन, ते ओह शहर दे उपर दी उड़दा होया चुंझ दे विच उस रूबी नूं लैके चला जांदा है। ही पासड बाय द कैथीड्रल टावर, ओह कैथीड्रल टावर दे उपरों दी लंघदा है। वेयर द वाइट मार्बल एंजल्स वर स्कल्पचर्ड, जिथे वाइट मार्बल एंजल्स उकरे हुए सन। ही पासड बाय द पैलेस, ओह महल दे कोलों दी लंघदा है। एंड हार्ड द साउंड ऑफ डांसिंग, ते सुनदा है कि उत्थे कोई डांस कर रहा है। A beautiful girl came out of the balcony with her lover, बालकनी दे विचों एक खूबसूरत कुड़ी अपने लवर दे नाल बाहर आंदी है। I hope my dress will be ready in time for the state ball, ते ओह गल कर रही है कि मैं उम्मीद करदी हां कि स्टेट बॉल तो पहला मेरी जिहड़ी ड्रेस है वो तैयार हो जाएगी।
शी सैड, उसने कहा, आई हैव ऑर्डर्ड फ्लावर्स टू बी एम्ब्रॉयडर्ड ऑन इट, मैं अपने गाउन ਦੇ ਉੱਪਰ एम्ब्रॉयडरी फ्लावर्स ਦੀ एम्ब्रॉयडरी ਕਰਨ ਲਈ ਕਿਹਾ, बट द सीमस्ट्रेस आर सो लेजी, पर सीमस्ट्रेस बहुत लेजी ने, सुस्त ने। ही पासड ओवर द रिवर, ਉਹ ਰਿਵਰ ਦੇ ਉੱਪਰ ਦੀ ਉੜਿਆ, ਐਂਡ ਸੌ ਦ ਲਾਂਟਰਨਸ ਹੈਂਗਿੰਗ ਔਨ ਦ ਮਾਸਟ ਆਫ ਦ ਸ਼ਿਪਸ, ਤੇ ਉਸਨੇ ਦੇਖਿਆ ਕਿ ਮਾਸਟ ਦੇ ਉੱਪਰ, ਸ਼ਿਪ ਦੇ ਮਾਸਟ ਦੇ ਉੱਪਰ ਲਾਂਟਰਨਸ ਟੰਗੀਆਂ ਹੋਈਆਂ ਨੇ। ਸ਼ਿਪ ਤਾਂ ਪਤਾ ਹੀ ਹੈ ਬੱਚੋ, ਸਮੁੰਦਰੀ ਜਹਾਜ਼, ਮਾਸਟ ਉਹਨਾਂ ਦੇ ਉੱਪਰ ਕੱਪੜਾ ਲੱਗਿਆ ਹੁੰਦਾ ਹੈ। ਐਟ ਲਾਸਟ ਹੀ ਕੇਮ ਟੂ ਦ ਪੂਅਰ ਹਾਊਸ, ਅੰਤ ਵਿੱਚ ਉਹ ਉਸ ਗਰੀਬ ਘਰ ਦੇ ਵਿੱਚ ਪਹੁੰਚਿਆ, ਐਂਡ ਲੁਕਡ ਇਨ, ਉਸਨੇ ਅੰਦਰ ਦੇਖਿਆ। ਦ ਬॉय ਵਾਜ਼ ਟੋਸਿੰਗ ਫੀਵਰਿਸ਼ਲੀ ਔਨ ਹਿਜ਼ ਬੈਡ, ਮੁੰਡਾ ਬਹੁਤ ਹੀ ਬੁਰੀ ਤਰ੍ਹਾਂ ਪਾਸੇ ਮਾਰ ਰਿਹਾ ਸੀ ਬੈੱਡ ਦੇ ਉੱਪਰ। ਐਂਡ ਦ ਮਦਰ ਹੈਡ ਫਾਲਨ ਅਸਲੀਪ, ਤੇ ਮਾਂ ਸੋ ਗਈ ਸੀ ਕੰਮ ਕਰਦੀ ਕਰਦੀ। ਸੋ ਸ਼ੀ ਵਾਜ਼ ਸੋ ਟਾਇਰਡ, ਕਿਉਂਕਿ ਉਹ ਬਹੁਤ ਥੱਕ ਗਈ ਸੀ। ਇਨ ਹੀ ਹੋਪਡ, ਉਹ ਹਲਕੇ ਹਲਕੇ ਅੰਦਰ ਆਇਆ। ਐਂਡ ਲੇਡ ਦ ਗ੍ਰੇਟ ਰੂਬੀ ਔਨ ਦ ਟੇਬਲ, ਤੇ ਉਸਨੇ ਜਿਹੜੀ ਵੱਡੀ ਰੂਬੀ ਸੀ ਉਹ ਟੇਬਲ ਦੇ ਉੱਪਰ ਰੱਖ ਦਿੱਤੀ। ਬਿਸਾਈਡ ਦ ਵੂਮਨਸ ਥਿੰਬਲ, ਵੂਮਨ ਦੇ ਜਿੱਥੇ ਥਿੰਬਲ ਪਈ ਸੀ। ਥਿੰਬਲ ਕੀ ਹੁੰਦਾ ਬੱਚਿਓ? ਜਿਹੜੇ ਕਢਾਈ ਕਰਨ ਵਾਲੇ ਹੁੰਦੇ ਨੇ, ਉਹ ਇੱਕ ਤਰ੍ਹਾਂ ਦਾ ਛੱਲਾ ਪਾ ਕੇ ਰੱਖਦੇ ਨੇ, ਉਹਨੂੰ ਥਿੰਬਲ ਬੋਲਦੇ ਨੇ। ਦੈਨ ਹੀ ਫਲੂ ਜੈਂਟਲੀ ਰਾਊਂਡ ਦ ਬੈਡ, ਫਿਰ ਉਹ ਬੈੱਡ ਦੇ ਆਸੇ ਪਾਸੇ ਜਿੱਥੇ ਉਹ ਬੱਚਾ ਪਿਆ ਉੱਥੇ ਉਹ ਘੁੰਮਦਾ। ਫੈਨਿੰਗ ਦ ਬॉयਜ਼ ਫੋਰਹੈਡ, ਬੱਚੇ ਦੇ ਫੋਰਹੈਡ ਨੂੰ ਉਹ ਪੰਖਾ ਚੱਲਦਾ ਵਿਦ ਹਿਜ਼ ਵਿੰਗਸ, ਆਪਣੇ ਪੰਖਾਂ ਦੇ ਨਾਲ। ਹਾਊ ਕੂਲ ਆਈ ਫੀਲ, ਸੈਡ ਦ ਬॉय, ਮੁੰਡਾ ਕਹਿੰਦਾ ਕਿ ਕਿੰਨੀ ਠੰਡਕ ਲੱਗ ਰਹੀ ਹੈ ਮੈਨੂੰ। ਆਈ ਮਸਟ ਬੀ ਗੈਟਿੰਗ ਬੈਟਰ, ਮੈਂ ਜ਼ਰੂਰ ਹੁਣ ਠੀਕ ਹੋ ਰਿਹਾ। ਐਂਡ ਹੀ ਸੈਂਕ ਇਨਟੂ ਅ ਡਿਲੀਸ਼ੀਅਸ ਸਲੰਬਰ, ਤੇ ਉਸ ਤੋਂ ਬਾਅਦ ਬੱਚਾ ਜਿਹੜਾ ਹੁੰਦਾ ਉਹ ਇੱਕ ਬਹੁਤ ਹੀ ਸੁੱਖ ਭਰੀ ਨੀਂਦ, ਗੂੜੀ ਨੀਂਦ ਸੋ ਜਾਂਦਾ ਹੈ। ਦੈਨ ਦ ਸਵੈਲੋ ਫਲੂ ਬੈਕ ਟੂ ਦ ਹੈਪੀ ਪ੍ਰਿੰਸ, ਸਵੈਲੋ ਵਾਪਿਸ ਹੈਪੀ ਪ੍ਰਿੰਸ ਕੋਲ ਆਉਂਦਾ ਐਂਡ ਟੋਲਡ ਹਿਮ ਵਾਟ ਹੀ ਹੈਡ ਡਨ, ਤੇ ਉਸਨੂੰ ਦੱਸਦਾ ਕਿ ਮੈਂ ਕੀ ਕੀਤਾ। ਇਟ ਇਜ਼ ਕਿਊਰੀਅਸ, ਉਹ ਕਹਿੰਦਾ ਕਿ ਬੜਾ ਅਜੀਬ ਗੱਲ ਹੈ। ਹੀ ਰਿਮਾਰਕਡ, ਬਟ ਆਈ ਫੀਲ ਕੁਆਇਟ ਵਾਰਮ ਨਾਓ, ਕਿ ਮੈਨੂੰ ਹੁਣ ਗਰਮੀ ਲੱਗ ਰਹੀ ਹੈ। although it is so cold, ਜਦੋਂ ਕਿ ਬਾਹਰ ਤਾਂ ਬਹੁਤ ਠੰਡ ਹੈ। that is because you have done a good action, said the prince, ਪ੍ਰਿੰਸ ਨੇ ਕਿਹਾ ਕਿਉਂਕਿ ਤੂੰ ਇੱਕ ਚੰਗਾ ਕੰਮ ਕੀਤਾ ਹੈ ਇਸ ਲਈ ਤੈਨੂੰ ਗਰਮੀ ਲੱਗ ਰਹੀ ਹੈ। and the little swallow began to think, ਤੇ little swallow ਸੋਚਣ ਲੱਗ ਜਾਂਦਾ ਹੈ। and then fell asleep, ਉਸ ਤੋਂ ਬਾਅਦ ਉਹ ਸੋ ਜਾਂਦਾ ਹੈ। thinking always made him sleepy, ਜਦੋਂ ਵੀ ਉਹ ਸੋਚਦਾ ਉਹਨੂੰ ਨੀਂਦ ਆ ਜਾਂਦੀ ਹੈ। when the moon rose, ਜਦੋਂ ਚੰਦਰਮਾ ਚੜ੍ਹਦਾ ਹੈ, he flew back to the happy prince, ਉਹ happy prince ਕੋਲ ਵਾਪਸ ਜਾਂਦਾ ਹੈ। have you any commissions for Egypt, ਕੀ ਤੂੰ ਇਜਿਪਟ ਵਾਲਿਆਂ ਨੂੰ ਕੋਈ ਸੁਨੇਹਾ ਦੇਣਾ? he cried, ਉਸਨੇ ਕਿਹਾ I'm just starting, ਮੈਂ ਬਸ ਉੜਨ ਹੀ ਵਾਲਾ ਹਾਂ। swallow swallow little swallow, said the prince, will you stay me with one night longer, ਤਾਂ ਫਿਰ ਉਹ ਪ੍ਰਿੰਸ ਕਹਿੰਦਾ ਕਿ ਇੱਕ ਰਾਤ ਹੋਰ ਮੇਰੇ ਨਾਲ ਰੁਕ ਜਾ। I am waited for in Egypt, answered the swallow, swallow ਫਿਰ ਕਹਿੰਦਾ ਕਿ ਨਹੀਂ ਮੇਰੀ ਤਾਂ ਵੇਟ ਹੋ ਰਹੀ ਹੈ ਇਜਿਪਟ। swallow swallow little swallow, said the prince, far away across the city I see a young man in a garret, garret ਕੀ ਹੁੰਦਾ ਬੱਚੋ? ਛੋਟੀ ਝੌਂਪੜੀ ਕਹਿ ਸਕਦੇ ਆ। ਤਾਂ ਇੱਕ ਝੌਂਪੜੀ ਦੇ ਵਿੱਚ ਇੱਕ ਯੰਗ ਮੈਨ ਹੈ ਜਿਹੜਾ ਉਹ ਬੈਠਾ ਹੈ। ਪ੍ਰਿੰਸ ਕਹਿੰਦਾ he is leaning over a desk covered with papers, ਉਹ ਡੈਸਕ ਦੇ ਉੱਪਰ ਝੁਕਿਆ ਹੋਇਆ ਹੈ। and in the glass by his side here is a bunch of withered violets, ਤੇ ਉਹਦੇ ਕੋਲ ਇੱਕ ਗਲਾਸ ਪਿਆ ਜਿਹਦੇ ਵਿੱਚ ਕੀ ਉਹ withered violets ਕੀ ਹੁੰਦੇ ਵਿੱਚ, ਜਿਵੇਂ ਆਪਾਂ ਪੇਜ ਦੇ ਉੱਪਰ ਕੁਝ ਲਿਖੀਏ ਤੇ ਫਿਰ ਸਹੀ ਨਾ ਲਿਖਿਆ ਹੋਵੇ ਆਪਾਂ ਉਹਨਾਂ ਨੂੰ ਮਚੋੜ ਦਈਏ ਤੇ ਇੱਧਰ ਸਿੱਟ ਦਈਏ ਤਾਂ ਉਹਨੂੰ withered violets ਕਵਾਂਗੇ। ਤਾਂ ਉਹ ਉੱਥੇ ਪਏ ਨੇ। his hair is brown, ਉਸਦੇ ਬਾਲ ਭੂਰੇ ਹਨ, and crisp ਤੇ ਖੁਰਦਰੇ ਹਨ। and his lips are red as a pomegranate, pomegranate ਕੀ ਹੁੰਦਾ? ਅਨਾਰ। ਉਸਦੇ ਜਿਹੜੇ ਲਿਪਸ ਨੇ ਉਹ ਅਨਾਰ ਵਰਗੇ ਲਾਲ ਹੋਏ ਪਏ ਨੇ। and he has large and dreamy eyes, ਉਸਦੀਆਂ ਅੱਖਾਂ ਵੱਡੀਆਂ ਅਤੇ ਸੁਪਨੇ ਭਰੀਆਂ ਹਨ, ਮਤਲਬ ਉਹਨੂੰ ਨੀਂਦ ਆ ਰਹੀ ਹੈ। he is trying to finish a play for the director of the theatre, ਉਹ ਕੋਸ਼ਿਸ਼ ਕਰ ਰਿਹਾ ਹੈ ਇੱਕ ਨਾਟਕ ਨੂੰ ਖਤਮ ਕਰਨ ਦੀ ਜਿਹੜਾ ਕਿ ਡਾਇਰੈਕਟਰ ਆਫ ਦਾ ਥੀਏਟਰ ਦੇ ਲਈ ਲਿਖ ਰਿਹਾ। ਬਟ it is too cold to write anymore, ਪਰ ਉਸਨੂੰ ਇੰਨੀ ਠੰਡ ਲੱਗ ਰਹੀ ਹੈ ਕਿ ਉਹ ਲਿਖ ਵੀ ਨਹੀਂ ਪਾ ਰਿਹਾ। there is no fire in the grate, ਹੁਣ ਬੱਚਿਓ ਇੱਥੇ grate ਦਾ ਮਤਲਬ ਕੀ ਹੈ? ਅੰਗੀਠੀ। ਹੁਣ ਅੰਗੀਠੀ ਵਿੱਚ ਬਿਲਕੁਲ ਵੀ ਫਾਇਰ ਮਤਲਬ ਅੱਗ ਨਹੀਂ ਹੈ। and hunger has made him faint, ਤੇ ਭੁੱਖ ਨੇ ਉਸਨੂੰ ਬੇਹੋਸ਼ ਕਰ ਦਿੱਤਾ ਹੈ। ਫੇਂਟ ਮਤਲਬ ਬੇਹੋਸ਼। I will wait with you one night longer, ਮੈਂ
ਇੱਕ ਰਾਤ ਹੋਰ ਤੇਰੇ ਕੋਲ ਉਡੀਕ ਕਰਾਂਗਾ, said the swallow, who really had a good heart. swallow ਦਾ ਦਿਲ ਸੱਚਮੁੱਚ ਹੀ ਬਹੁਤ ਚੰਗਾ ਹੈ. he asked if he should take another ruby to the young playwright. ਫਿਰ ਉਹ ਪੁੱਛਦਾ ਹੈ ਕਿ ਕੀ ਹੁਣ ਮੈਂ ਤੇਰੀ ਹੋਰ ਰੂਬੀ ਹੈ ਇੱਕ ਤੇਰੇ ਕੋਲ ਜਿਹੜੀ ਮੈਂ playwright ਨੂੰ ਜਾ ਕੇ ਦੇ ਆਵਾਂ. alas, I have no ruby now, said the prince. ਪ੍ਰਿੰਸ ਕਹਿੰਦਾ ਨਹੀਂ, ਹਾਏ ਮੇਰੇ ਕੋਲ ਇੱਕ ਹੋਰ ਰੂਬੀ ਨਹੀਂ ਹੈ. my eyes are all that I had left. ਮੇਰੀਆਂ ਅੱਖਾਂ ਹੀ ਮੇਰੇ ਕੋਲ ਹੁਣ ਬਚੀਆਂ ਨੇ. they are made of rare sapphires. ਤੇ ਇਹ ਨੀਲਮ ਦੀਆਂ ਬਣੀਆਂ ਹੋਈਆਂ ਨੇ. rare means ਜਿਹੜੀਆਂ ਕਿ ਕਿਤੇ ਮਿਲਦਾ ਨਹੀਂ ਹੈ ਨੀਲਮ, ਐਸੀਆਂ ਨੀਲਮ ਦੀਆਂ ਬਣੀਆਂ ਹੋਈਆਂ ਨੇ, ਮਹਿੰਗਾ ਨੀਲਮ ਦੀਆਂ ਬਣੀਆਂ ਹੋਈਆਂ, which were brought out of India 1000 years ago. ਜਿਹੜੀਆਂ ਕਿ ਹਜ਼ਾਰਾਂ ਸਾਲ ਪਹਿਲਾਂ ਇੰਡੀਆ ਤੋਂ ਲਿਆਂਦਾ ਗਿਆ ਸੀ. ਬੱਚੋ ਇਸ ਲਾਈਨ ਤੋਂ ਤੁਹਾਨੂੰ ਪਤਾ ਲੱਗੂਗਾ ਕਿ ਸੋਨੇ ਦੀ ਚਿੜੀ ਭਾਰਤ ਨੂੰ ਕਿਉਂ ਕਿਹਾ ਜਾਂਦਾ ਹੈ. ਦੇਖੋ ਇੱਥੇ ਇੰਗਲੈਂਡ ਦੀ ਕਹਾਣੀ ਆਪਾਂ ਪੜ੍ਹ ਰਹੇ ਹਾਂ ਤੇ ਇੱਥੇ ਲਿਖਿਆ ਕਿ ਹਜ਼ਾਰਾਂ ਸਾਲ ਪਹਿਲਾਂ ਜੋ ਕਿ ਇਹ ਰੇਅਰ ਜਿਹੜਾ ਸਫਾਇਰ ਹੈ ਇਹ ਭਾਰਤ ਤੋਂ ਲਿਆਂਦਾ ਗਿਆ ਸੀ. he ordered the swallow to pluck out one of them. ਉਸਨੇ ਸਵੈਲੋ ਨੂੰ ਆਰਡਰ ਕੀਤਾ ਕਿ ਤੂੰ ਇਹ ਅੱਖਾਂ ਦੇ ਵਿੱਚੋਂ ਮੇਰੇ ਕੱਢ ਲੈ ਐਂਡ ਟੇਕ ਇਟ ਟੂ ਦਾ playwright. ਤੇ ਇਹ ਜਾ ਕੇ playwright ਨੂੰ ਦੇ ਦੇ. playwright ਮਤਲਬ ਲੇਖਕ. he will sell it to the jeweler. ਉਹ ਉਸ ਨੂੰ ਇੱਕ ਜਵੈਲਰ ਨੂੰ ਵੇਚ ਦੇਗਾ ਐਂਡ ਬਾਏ firewood. ਤੇ ਅੱਗ ਦੇ ਲਈ ਲੱਕੜ ਖਰੀਦ ਲੇਗਾ ਐਂਡ ਫਿਨਿਸ਼ ਹਿਜ਼ ਪਲੇ. ਤੇ ਆਪਣਾ ਨਾਟਕ ਖਤਮ ਕਰ ਲੇਗਾ. he said. ਉਸਨੇ ਕਿਹਾ. dear prince, said the swallow. swallow ਨੇ ਕਿਹਾ, ਪਿਆਰੇ ਪ੍ਰਿੰਸ, I cannot do that. and he began to weep. ਤਾਂ swallow ਰੋਣ ਲੱਗ ਜਾਂਦਾ ਕਿ ਨਹੀਂ, ਮੈਂ ਤੇਰੀ ਅੱਖ ਕਿਵੇਂ ਕੱਢ ਸਕਦਾ, ਮੈਂ ਨਹੀਂ ਇਹ ਕਰ ਸਕਦਾ. swallow, swallow, little swallow, said the prince, do as I command you. command ਕੀ ਹੁੰਦਾ? ਆਰਡਰ, ਕਿ ਮੈਂ ਜਿਵੇਂ ਤੈਨੂੰ ਆਦੇਸ਼ ਦਿੰਨਾ ਤੂੰ ਉਵੇਂ ਹੀ ਕਰ. so the swallow plucked out the prince's eye. the swallow ਪ੍ਰਿੰਸ ਦੀ ਅੱਖ ਕੱਢ ਲੈਂਦਾ ਹੈ and flew away to the student's garret. ਤੇ ਉਸ ਸਟੂਡੈਂਟ ਦੀ ਜੋ ਝੌਂਪੜੀ ਹੁੰਦੀ ਹੈ ਉੱਥੇ ਚਲਾ ਜਾਂਦਾ ਹੈ ਉੜ ਕੇ. it was easy enough to get in as there was a hole in the roof. ਤਾਂ ਉਸਦੀ ਝੌਂਪੜੀ ਦੇ ਵਿੱਚ, ਕੋਠੜੀ ਦੇ ਵਿੱਚ ਜਾਣਾ ਆਸਾਨ ਸੀ ਕਿਉਂਕਿ ਛੱਤ ਟੁੱਟੀ ਹੋਈ ਸੀ, ਉਸ ਦੇ ਵਿੱਚ ਇੱਕ ਹੋਲ ਸੀ, ਉੱਥੋਂ ਆ ਜਾਂਦਾ ਉਹ ਅੰਦਰ. through this he darted and came into the room. ਤਾਂ ਉਸ ਦੇ ਵਿੱਚੋਂ ਫੜਫੜਾਉਂਦਾ ਹੋਇਆ ਉਹ ਅੰਦਰ ਆਉਂਦਾ. the young man had his head buried in his hand. ਤਾਂ young man ਨੇ ਆਪਣਾ ਸਿਰ ਆਪਣੇ ਦੋਨੋਂ ਹੱਥਾਂ ਦੇ ਵਿੱਚ ਦਿੱਤਾ ਹੋਇਆ ਸੀ. so he did not hear the flutter of the bird's wings. ਇਸ ਕਰਕੇ ਉਸ ਨੂੰ ਪੰਛੀ ਦੇ ਫੜਫੜਾਉਣ ਦੀ ਆਵਾਜ਼ ਪੰਖਾਂ ਦੀ ਨਹੀਂ ਸੁਣਾਈ ਦਿੱਤੀ. and when he looked up, ਅਤੇ ਜਦੋਂ ਉਹ ਉੱਪਰ ਦੇਖਦਾ he found the beautiful sapphire lying on the withered violets. ਤੇ ਉਹ ਦੇਖਦਾ ਕਿ ਇੱਕ ਬਹੁਤ ਸੁੰਦਰ ਨੀਲਮ ਉਸਦੇ ਪੇਜ ਜਿਹੜੇ ਹੈਗੇ ਨੇ ਉਹਨਾਂ ਦੇ ਉੱਪਰ ਪਿਆ. I am beginning to be appreciated. ਤਾਂ ਉਹ ਕਹਿੰਦਾ ਕਿ ਹੁਣ ਮੇਰੀ ਪ੍ਰਸ਼ੰਸਾ ਹੋਣੀ ਸਟਾਰਟ ਹੋ ਗਈ ਹੈ. ਐਪਰੀਸ਼ੀਏਟ ਮਤਲਬ ਪ੍ਰੇਜ਼. ਦਿਸ ਇਜ਼ ਫਰੋਮ ਸਮ ਗ੍ਰੇਟ ਐਡਮਾਇਰਰ. ਸ਼ਾਇਦ ਇਹ ਕਿਸੇ ਮੇਰੇ ਮਹਾਨ ਪ੍ਰਸ਼ੰਸਕ ਨੇ ਭੇਜਿਆ ਹੈ. ਨਾਓ ਆਈ ਕੈਨ ਫਿਨਿਸ਼ ਮਾਈ ਪਲੇ. ਮੈਂ ਹੁਣ ਆਪਣੇ ਪਲੇ ਨੂੰ ਫਿਨਿਸ਼ ਕਰ ਸਕਦਾ. ਐਂਡ ਹੀ ਲੁਕਡ ਕੁਆਇਟ ਹੈਪੀ. ਤੇ ਉਹ ਬਹੁਤ ਖੁਸ਼ ਨਜ਼ਰ ਆ ਰਿਹਾ ਸੀ. ਦ ਨੈਕਸਟ ਡੇ ਦ ਸਵੈਲੋ ਫਲਿਊ ਡਾਊਨ ਔਨ ਦ ਹਾਰਬਰ. ਅਗਲੇ ਦਿਨ ਸਵੈਲੋ ਹਾਰਬਰ ਚਲਾ ਜਾਂਦਾ. ਹਾਰਬਰ ਕੀ ਹੁੰਦਾ? ਬੰਦਰਗਾਹ, ਜਿੱਥੇ ਸ਼ਿਪ ਖੜੇ ਹੁੰਦੇ ਨੇ, ਜਿੱਥੇ ਸਮੁੰਦਰੀ ਜਹਾਜ਼ ਖੜਦੇ ਨੇ, ਉਹਨੂੰ ਹਾਰਬਰ ਬੋਲਦੇ ਨੇ. ਹੀ ਸੈਟ ਔਨ ਦ ਮਾਸਟ ਆਫ ਅ ਲਾਰਜ ਵੈਸਲ. ਵੈਸਲ ਮਤਲਬ ਇੱਥੇ ਜਹਾਜ਼ ਹੈ, ਵੈਸੇ ਵੈਸਲ ਦਾ ਮਤਲਬ ਭਾਂਡਾ ਹੁੰਦਾ, ਬਟ ਇੱਥੇ ਜਹਾਜ਼. ਤਾਂ ਉਹ ਇੱਕ ਵੱਡੇ ਜਹਾਜ਼ ਦੇ ਮਾਸਟ ਦੇ ਉੱਪਰ ਬੈਠ ਜਾਂਦਾ ਹੈ ਐਂਡ ਵਾਚ ਦ ਸੇਲਰਸ ਵਰਕਿੰਗ. ਤੇ ਦੇਖਦਾ ਕਿ ਸੇਲਰ ਕਿਵੇਂ ਕੰਮ ਕਰ ਰਹੇ ਨੇ. ਆਈ ਐਮ ਗੋਇੰਗ ਟੂ ਇਜਿਪਟ, ਕ੍ਰਾਈਡ ਦ ਸਵੈਲੋ. ਸਵੈਲੋ ਉੱਚੀ ਆਵਾਜ਼ ਵਿੱਚ ਕਹਿੰਦਾ, ਮੈਂ ਇਜਿਪਟ ਜਾ ਰਿਹਾ ਹਾਂ. ਬਟ ਨੋਬਡੀ ਮਾਈਂਡਡ. ਜੇ ਕੋਈ ਚਿੜੀ ਬੋਲੇ ਆਪਾਂ ਧਿਆਨ ਦੇਵਾਂਗੇ ਕੀ ਬੋਲ ਰਹੀ ਹੈ ਉਹ? ਨਹੀਂ. ਇਸ ਕਰਕੇ ਕਿਸੇ ਨੇ ਧਿਆਨ ਨਹੀਂ ਦਿੱਤਾ. ਐਂਡ ਵੈਨ ਦ ਮੂਨ ਰੋਜ਼ ਹੀ ਫਲਿਊ ਬੈਕ ਟੂ ਦ ਹੈਪੀ ਪ੍ਰਿੰਸ. ਤਾਂ ਜਦੋਂ ਚੰਦਰਮਾ ਚੜਿਆ ਤਾਂ ਫਿਰ ਉਹ ਹੈਪੀ ਪ੍ਰਿੰਸ ਕੋਲ ਵਾਪਿਸ ਗਿਆ. ਆਈ ਹੈਵ ਕਮ ਟੂ ਬਿਡ ਯੂ ਗੁੱਡ ਬਾਏ, ਹੀ ਕ੍ਰਾਈਡ. ਤਾਂ ਉਸਨੇ ਕਿਹਾ ਕਿ ਮੈਂ ਹੁਣ ਤੈਨੂੰ ਗੁੱਡ ਬਾਏ ਕਹਿਣ ਆਇਆ. ਸਵੈਲੋ, ਸਵੈਲੋ, ਲਿਟਲ ਸਵੈਲੋ, ਸੈਡ ਦ ਪ੍ਰਿੰਸ, ਵਿਲ ਯੂ ਨਾਟ ਸਟੇ ਵਿਦ ਮੀ ਵਨ ਨਾਈਟ ਲੋਂਗਰ. ਕੀ ਸਵੈਲੋ ਤੂੰ ਮੇਰੇ ਨਾਲ ਇੱਕ ਰਾਤ ਹੋਰ ਨਹੀਂ ਰੁਕੇਗਾ? ਇਟ ਇਜ਼ ਵਿੰਟਰ. ਇਹ ਬਹੁਤ ਠੰਡ ਦਾ ਸਮਾਂ ਹੈ. ਆਂਸਰ ਦ ਸਵੈਲੋ. ਐਂਡ ਦ ਸਨੋ ਵਿਲ ਸੂਨ ਬੀ ਦੇਅਰ. ਤੇ ਜਲਦੀ ਹੀ ਬਰਫ਼ ਪੈਣੀ ਸਟਾਰਟ ਹੋ ਜੂਗੀ. ਇਨ ਇਜਿਪਟ ਦ ਸਨ ਇਜ਼ ਵਾਰਮ. ਇਜਿਪਟ ਦੇ ਵਿੱਚ ਸੂਰਜ ਗਰਮ ਹੈ. ਔਨ ਦ ਗ੍ਰੀਨ ਪਾਮ ਟਰੀਜ਼. ਐਂਡ ਦ crocodile lie in the mud and look lazy about them. ਠੀਕ ਹੈ, ਤਾਂ ਇੱਥੇ ਉਹ ਦੱਸਦਾ ਇਜਿਪਟ 'ਚ
ਕਿਵੇਂ ਸਾਰੇ ਜਾਨਵਰ ਜਿਹੜੇ ਨੇ ਉਹ ਖੁਸ਼ ਹੋ ਰਹੇ ਹੋਣਗੇ। ਇਨ ਦ ਸਕੁਏਅਰ ਬਿਲੋ ਸੈਡ ਦ ਹੈਪੀ ਪ੍ਰਿੰਸ देयर स्टैंड्स अ लिटल मैच गर्ल। तो वो कहता चौराहे दे विच, स्क्वेयर मीनस चौराहा, चौराहे दे विच एक कुड़ी खड़ी है जो कि माचिसां दा काम करदी है। तुसीं देख सकदे हो फोटो दे विच कुड़ी माचिसां वाली कुड़ी खड़ी है। शी हैज़ लेट हर मैचिस फॉल इन द गटर। उस दियां माचिसां गटर विच गिर गईयां ने एंड दे आर ऑल स्पॉइल्ड। स्पॉइल की हुंदा खराब हो जाना, तो वो सारियां खराब हो गईयां। हर फादर विल बीट हर इफ शी डज नॉट ब्रिंग होम सम मनी। जे वो घर पैसे ना लैके गई तो उसके पिता जी उसनू कुट्टणगे। बीट मीनस कुटना। एंड शी इज़ क्राइंग, इस करके वो रो रही है। शी हैज़ नो शूज़ और स्टॉकिंग, उसके पैरों विच जूते नहीं हैगे, पैरों विच जराबा नहीं है। एंड हर लिटल हैड इज़ बेयर, तो उसदे सिर भी नंगा है। प्लक आउट माई अदर आई एंड गिव इट टू हर। मेरी दूजी अख भी कढ़ लै ते जाके उसनू दे। एंड हर फादर विल नॉट बीट हर, फिर उसके पिता जी उसनू नहीं मारनगे। आई विल स्टे विद यू वन नाइट लॉन्गर सैड द स्वैलो बट आई कैन नॉट प्लक आउट योर आई। तो स्वैलो कहता कि ठीक है एक रात होर तेनों मैं रुक जूँगा पर तेरी दूजी अख मैं नहीं कढ़ सकता। यू वुड बी क्वाइट ब्लाइंड देन, फिर तो तू बिल्कुल ही अन्ना हो जाएगा। स्वैलो स्वैलो लिटल स्वैलो सैड द प्रिंस डू एज आई कमांड यू। उवें ही कर जिवें मैं तेनू कह रहा। सो ही प्लग्ड आउट द प्रिंस अदर आई, फिर वो दूजी अख भी कढ़ लैंदा है। एंड डाटर डाउन विद इट, ते उस दे नाल उड़ जांदा है। ही स्वूप्ड पास द मैच गर्ल एंड स्लिप द ज्वैल इन टू द पाम ऑफ हर हैंड। तो वो जाके उसदे हथेली दे उपर रख दिंदा है। वट अ लवली बिट ऑफ ग्लास। तो हुण वो बच्चा है, उसनू की पता कि यह कितनी कीमती है जो उसने सफायर लिया के दिता। तो वो कहती है कि किन्ना चमकीला उसके लिए तो एक ग्लास है वो। जस्ट क्राइड द लिटल गर्ल एंड शी रैन होम लाफिंग। तो खुश हो जाती है तो घर वाल नूं भजदी है। दैन द स्वैलो केम बैक टू द प्रिंस। यू आर ब्लाइंड नाउ ही सेड, सो आई विल स्टे विद यू ऑलवेज। इस करके हुण हमेशा मैं तेरे नाल ही रहांगा। हुण तू अन्ना हो गया, हुण मैं हमेशा तेरे नाल रहेंगा, हुण मैं किते नहीं जावांगा। नो लिटल स्वैलो सेड द पुअर प्रिंस यू मस्ट गो अवे टू इजिप्ट। नहीं स्वैलो तेनू जाना चाहिए। नो आई विल स्टे विद यू, नहीं मैं हमेशा तेरे नाल रहूँगा। एंड ही स्लेप्ट एट द प्रिंस फीट। द प्रिंस के पैरों च जाके सो जाता है। ऑल द नैक्सट डे ही सैट ऑन द प्रिंस शाउल्डर। अगले दिन वो प्रिंस के मोढियां ते बैठ जाता है। एंड टोल्ड हिम स्टोरीज ऑफ वट ही हैड सीन इन द स्ट्रेंज लैंड्स। तो वह दसदा है कि मैं की देखा जो मैं उड़िया शहर दे विच। डियर लिटल स्वैलो सैड द प्रिंस यू टेल मी ऑफ मार्वलस थिंग्स। तो फिर प्रिंस कहता कि डियर स्वैलो तू मैनू बहुत वधिया वधिया गल्लां दसियां ने, बट मोर मार्वलस दैन एनीथिंग इज़ द सफरिंग ऑफ मैन एंड वीमेन। पर इस तो भी ज़्यादा वधिया मैनू तां लगूगा जे तू मैनू लोकां दे दुख दसेगा। देयर इज़ नो मिस्ट्री सो ग्रेट एज मिजरी। तो गरीबी तो वड्डी कोई भी रहस्य नहीं है। फ्लाई ओवर माई सिटी लिटल स्वैलो एंड टेल मी वट यू सी देयर। तो जाके देख के आ तू की देखिया तो वो मैनू आके दस। सो द स्वैलो फ्लू ओवर द ग्रेट सिटी एंड सॉ द रिच मेकिंग मैरी इन देयर ब्यूटीफुल हाउसिस। तो स्वैलो उड़दा है तो देखता है कि ਜਿਹੜੇ अमीर लोग ने वो अपने घरों के विच खुशियां मना रहे हैं। वाइल द बैगर्स वर सिटिंग इन द गेट्स। जबकि ਜਿਹੜੇ भिखारी ने वो उन्होंने दरवाज़ों में बैठे ने। ही फ्लू इन टू द डार्क लेन्स। वह हनेरियां गलियां दे विचों उड़िया। एंड सॉ द वाइट फेसिस ऑफ स्टार्विंग चिल्ड्रन। ते भुखे बच्चों के चिट्टे चेहरिਆਂ ਨੂੰ देखिया। लुकिंग आउट लिस्टलेसली, ਜਿਹੜੇ कि इधर उधर बिना किसी उम्मीद तो देख रहे हैं। एट द ब्लैक स्ट्रीट्स, हनेरियां गलियां वाल। अंडर द आर्कवे ऑफ द ब्रिज टू लिटल बॉयज वर लाइंग इन ईच अदर्स आर्म्स टू ट्राई एंड कीप दैमसेल्व्स वार्म। बच्चों आह जो तुहानूं फोटो नज़र आ रही है इसनूं आर्क वे बोलते हैं। ब्रिज के नीचे ये बनया हुंदा आर्क वे। तो इत्थे अपनी कहानी दे विच इत्थे दो बच्चे ने जो कि जफ्फी पा के एक दूजे नाल उत्थे नीचे पए ने, आर्क वे दे नीचे पए ने, एक दूजे नूं गर्मी देने की कोशिश कर रहे हैं क्योंकि ठंड बहुत है। हाउ हंगरी वी आर, किन्नी भुख लगी है आपां नूं। दे सैड यू मस्ट नॉट लाई हीयर शाउटेड द वॉचमैन। इन्ने विच ही उत्थे एक वॉचमैन आ जाता है तो वह कहता है इत्थे नहीं सोना, इत्थे नहीं पै सकते तुसीं। एंड दे वंडर्ड आउट इनटू द रेन।
ਤੇ ਬਾਰਿਸ਼ ਦੇ ਵਿੱਚ ਉਹ ਬੱਚੇ ਫਿਰ ਘੁੰਮਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਕੋਲ ਹੋਰ ਕੁਝ ਆਸਰਾ ਨਹੀਂ ਹੈ। ਦੈਨ ਹੀ ਫਲੂ ਬੈਕ ਐਂਡ ਟੋਲਡ ਦਾ ਪ੍ਰਿੰਸ ਵਾਟ ਹੀ ਹੈਡ ਸੀਨ। ਤਾਂ ਉਹ ਪ੍ਰਿੰਸ ਕੋਲ ਵਾਪਿਸ ਜਾਂਦਾ, ਦੱਸਦਾ ਉਹਨੂੰ ਮੈਂ ਕੀ ਦੇਖਿਆ। I am covered with fine gold, said the prince. You must take it off leaf by leaf. ਤਾਂ ਫਿਰ ਪ੍ਰਿੰਸ ਕਹਿੰਦਾ ਕਿ ਮੇਰੇ ਉੱਪਰ ਸੋਨਾ ਚੜਿਆ ਹੋਇਆ, ਤੂੰ ਮੇਰੇ ਸੋਨੇ ਦਾ ਇੱਕ ਇੱਕ ਪੱਤਾ ਉਤਾਰੀ ਜਾ ਤੇ ਜਾ ਕੇ ਗਰੀਬਾਂ ਨੂੰ ਦੇ ਦੇ। and give it to the poor. The living always think that gold can make them happy, ਕਿਉਂਕਿ ਜੀਂਦੇ ਲੋਕਾਂ ਨੂੰ ਲੱਗਦਾ ਹੈ ਕਿ ਸੋਨੇ ਨਾਲ ਉਹ ਖੁਸ਼ ਹੋ ਸਕਦੇ ਨੇ। leaf after leaf of the fine gold the swallow picked off till the happy prince looked quite dull and grey. ਤੇ ਇੱਕ ਇੱਕ ਪੱਤਰਾ ਕਰਕੇ ਉਤਾਰਦਾ ਰਿਹਾ ਸਵੈਲੋ ਤੇ ਲੋਕਾਂ ਨੂੰ ਵੰਡਦਾ ਰਿਹਾ, ਤੇ ਇਸ ਨਾਲ ਜਿਹੜਾ ਪ੍ਰਿੰਸ ਸੀ ਉਹ ਡਲ ਤੇ ਗ੍ਰੇ ਬਣ ਜਾਂਦਾ। ਉਹਦੇ ਉੱਪਰੋਂ ਸੋਨਾ ਨਹੀਂ ਰਿਹਾ, ਰੂਬੀ ਨਹੀਂ ਰਹੀ, ਸਫਾਇਰ ਨਹੀਂ ਰਿਹਾ। ਲੀਫ ਆਫਟਰ ਲੀਫ ਆਫ ਦ ਫਾਈਨ ਗੋਲਡ ਹੀ ਬ੍ਰੌਟ ਟੂ ਦ ਪੂਅਰ ਐਂਡ ਦ ਚਿਲਡਰਨਸ ਫੇਸਿਸ ਗ੍ਰਿਊ ਰੋਜ਼ੀਅਰ। ਤੇ ਇਸ ਨਾਲ ਜਿਹੜੇ ਬੱਚੇ ਸੀ ਉਹ ਖੁਸ਼ ਹੋ ਜਾਂਦੇ। ਐਂਡ ਦੇ ਲਾਫਡ ਐਂਡ ਪਲੇਡ ਇਨ ਦ ਸਟਰੀਟ, ਤੇ ਉਹ ਖੁਸ਼ ਹੋ ਕੇ ਸੜਕਾਂ ਦੇ ਉੱਪਰ ਗਲੀਆਂ ਦੇ ਵਿੱਚ ਖੇਡਣ ਲੱਗ ਜਾਂਦੇ ਨੇ। ਵੀ ਹੈਵ ਬ੍ਰੈਡ ਨਾਓ, ਉਹ ਕਹਿੰਦੇ ਨੇ ਹੁਣ ਸਾਨੂੰ ਖਾਣ ਲਈ ਰੋਟੀ ਮਿਲੂਗੀ। ਦੇ ਕ੍ਰਾਈਡ। ਦੈਨ ਦ ਸਨੋ ਕੇਮ, ਫਿਰ ਸਨੋ ਹੋਣ ਲੱਗ ਜਾਂਦੀ ਹੈ। ਐਂਡ ਆਫਟਰ ਦ ਸਨੋ ਕੇਮ ਦ ਫਰੋਸਟ, ਤੇ ਉਸ ਤੋਂ ਬਾਅਦ ਕੋਰਾ ਛਾ ਜਾਂਦਾ ਹੈ। ਦ ਸਟਰੀਟ ਲੁਕਸ ਐਜ਼ ਇਫ ਦੇ ਵਰ ਮੇਡ ਆਫ ਸਿਲਵਰ, ਜਿਹੜੀਆਂ ਸੜਕਾਂ ਨੇ ਉਹ ਇਸ ਤਰ੍ਹਾਂ, ਗਲੀਆਂ ਇਸ ਤਰ੍ਹਾਂ ਹੋ ਜਾਂਦੀਆਂ ਜਿਵੇਂ ਕਿ ਉਹਨਾਂ ਦੇ ਉੱਪਰ ਚਾਂਦੀ ਵਿਛੀ ਹੋਵੇ। Everybody went about in furs, ਸਾਰਿਆਂ ਨੇ ਫਰ ਵਾਲੇ ਕੱਪੜੇ ਪਾ ਲਏ, ਮਤਲਬ ਗਰਮ ਕੱਪੜੇ ਪਾ ਲਏ। and the little boys wore scarlet caps and skated on the ice, ਤੇ ਛੋਟੇ ਬੱਚੇ ਨੇ ਜਿਹੜੇ ਉਹਨਾਂ ਨੇ ਸਕਾਰਲੈਟ ਮਤਲਬ ਰੈੱਡ ਕਲਰ ਦੀਆਂ ਕੈਪਸ ਲਈਆਂ ਹੋਈਆਂ ਨੇ ਤੇ ਉਹ ਆਈਸ ਦੇ ਉੱਪਰ ਸਕੇਟਿੰਗ ਕਰ ਰਹੇ ਨੇ। The poor little swallow grew colder and colder but he would not leave the prince. ਸਵੈਲੋ ਨੂੰ ਬਹੁਤ ਠੰਡ ਲੱਗ ਰਹੀ ਹੈ, ਠੰਡਾ ਹੋਈ ਜਾ ਰਿਹਾ ਉਹ, ਪਰ ਉਹ ਪ੍ਰਿੰਸ ਨੂੰ ਛੱਡ ਕੇ ਨਹੀਂ ਜਾਂਦਾ। ਹੀ ਲਵਡ ਹਿਮ ਟੂ ਵੈਲ, ਕਿਉਂਕਿ ਉਹ ਉਸਨੂੰ ਬਹੁਤ ਪਿਆਰ ਕਰਦਾ। ਹੀ ਪਿਕਡ ਅਪ ਕ੍ਰਮਸ ਆਊਟਸਾਈਡ ਦ ਬੇਕਰਸ ਡੋਰ when the baker was not looking and tried to keep himself warm by flapping his wings. ਤਾਂ ਉਹ ਬੇਕਰ ਦੀ ਦੁਕਾਨ ਦੇ ਬਾਹਰੋਂ ਉੱਥੋਂ ਕੁਝ ਬ੍ਰੈਡ ਦੇ ਟੁਕੜੇ ਚੱਕਦਾ ਤੇ ਆਪਣੇ ਆਪ ਨੂੰ ਗਰਮ ਕਰਨ ਦੀ ਕੋਸ਼ਿਸ਼ ਕਰਦਾ, ਬਟ ਐਟ ਲਾਸਟ ਹੀ ਨਿਊ ਦੈਟ ਹੀ ਵਾਜ਼ ਗੋਇੰਗ ਟੂ ਡਾਈ। ਪਰ ਹੁਣ ਐਂਡ ਆ ਗਿਆ, ਉਸਨੂੰ ਪਤਾ ਲੱਗ ਗਿਆ ਕਿ ਹੁਣ ਮੈਂ ਮਰਨ ਵਾਲਾ ਹਾਂ। ਹੀ ਹੈਡ ਜਸਟ ਇਨਫ ਸਟਰੈਂਥ ਟੂ ਫਲਾਈ ਅਪ ਟੂ ਦ ਪ੍ਰਿੰਸ ਸ਼ਾਊਲਡਰ ਵਨਸ ਮੋਰ। ਤਾਂ ਫਿਰ ਉਹ ਇੱਕ ਵਾਰ ਫੇਰ ਪ੍ਰਿੰਸ ਦੇ ਮੋਢਿਆਂ ਤੇ ਜਾ ਕੇ ਬੈਠ ਜਾਂਦਾ। ਗੁੱਡ ਬਾਏ ਡੀਅਰ ਪ੍ਰਿੰਸ, ਤੇ ਉਹ ਜਾ ਕੇ ਕਹਿੰਦਾ ਕਿ ਪ੍ਰਿੰਸ ਗੁੱਡ ਬਾਏ। ਹੀ ਮਰਮਰਡ ਵਿਲ ਯੂ ਲੈਟ ਮੀ ਕਿਸ ਯੂਅਰ ਹੈਂਡ, ਕੀ ਮੈਂ ਤੇਰੇ ਹੱਥ ਨੂੰ ਚੁੰਮ ਸਕਦਾ। ਆਈ ਐਮ ਗਲੈਡ ਦੈਟ ਯੂ ਆਰ ਗੋਇੰਗ ਟੂ ਇਜਿਪਟ ਐਟ ਲਾਸਟ, ਮੈਨੂੰ ਖੁਸ਼ੀ ਹੈ ਕਿ ਹੁਣ ਤੂੰ ਇਜਿਪਟ ਜਾ ਰਿਹਾ ਲਿਟਲ ਸਵੈਲੋ, ਸੈਡ ਦਾ ਪ੍ਰਿੰਸ। ਪ੍ਰਿੰਸ ਕਹਿੰਦਾ ਯੂ ਹੈਵ ਸਟੇਡ ਟੂ ਲੌਂਗ ਹੀਅਰ ਬਟ ਯੂ ਮਸਟ ਕਿਸ ਮੀ ਔਨ ਲਿਪਸ ਫॉर ਆਈ ਲਵ ਯੂ, ਪਰ ਤੂੰ ਮੈਨੂੰ ਬੁੱਲਾਂ ਤੇ ਕਿਸ ਕਰ ਕਿਉਂਕਿ ਮੈਂ ਤੈਨੂੰ ਪਿਆਰ ਕਰਦਾ। ਇਟ ਇਜ਼ ਨੋਟ ਇਨ ਇਟ ਟੂ ਇਜਿਪਟ ਦੈਟ ਆਈ ਐਮ ਗੋਇੰਗ, ਮੈਂ ਇਜਿਪਟ ਨਹੀਂ ਜਾ ਰਿਹਾ। ਆਈ ਐਮ ਗੋਇੰਗ ਟੂ ਦ ਹਾਊਸ ਆਫ ਡੈਥ, ਮੈਂ ਤਾਂ ਡੈਥ ਦੇ ਘਰ ਜਾ ਰਿਹਾ, ਮੌਤ ਦੇ ਘਰ ਜਾ ਰਿਹਾ। ਡੈਥ ਇਜ਼ ਦ ਬ੍ਰਦਰ ਆਫ ਸਲੀਪ, ਤੇ ਮੌਤ ਹੈ ਜੋ ਉਹ ਸਲੀਪ ਦੀ ਨੀਂਦ ਦਾ ਭਰਾ ਹੈ। ਇਜ਼ ਹੀ ਨੋਟ ਕੀ ਨਹੀਂ ਹੈ। ਐਂਡ ਹੀ ਕਿਸ ਦ ਹੈਪੀ ਪ੍ਰਿੰਸ ਔਨ ਹਿਜ਼ ਲਿਪਸ ਐਂਡ ਫੈਲ ਡਾਊਨ ਡੈਡ ਐਟ ਹਿਜ਼ ਫੀਟ, ਤੇ ਉਹ ਉਸਦੇ ਪੈਰਾਂ ਦੇ ਵਿੱਚ ਮਰ ਜਾਂਦਾ ਹੈ। ਐਟ ਦੈਟ ਮੋਮੈਂਟ ਅ ਕਿਊਰੀਅਸ ਕ੍ਰੈਕ ਸਾਊਂਡਡ ਇਨਸਾਈਡ ਦ ਸਟੈਚੂ, ਉਸੇ ਸਮੇਂ ਹੀ ਇੱਕ ਅਜੀਬ ਜਿਹੀ ਟੁੱਟਣ ਦੀ ਆਵਾਜ਼ ਉਸ ਸਟੈਚੂ ਦੇ ਅੰਦਰ ਹੁੰਦੀ ਹੈ, ਬੁੱਤ ਦੇ ਅੰਦਰ ਹੁੰਦੀ ਹੈ। ਐਜ਼ ਇਫ ਸਮਥਿੰਗ ਹੈਡ ਬ੍ਰੋਕਨ, ਜਿਵੇਂ ਕੁਝ ਟੁੱਟਿਆ ਹੋਵੇ। ਕੀ ਟੁੱਟਿਆ ਬੱਚਿਓ? ਪ੍ਰਿੰਸ ਦਾ ਦਿਲ। The fact is that the leaden heart had snapped right in two. ਸੱਚਾਈ ਇਹ ਸੀ ਕਿ ਲੈਡਨ ਹਾਰਟ ਸੀ ਜਿਹੜਾ ਉਹ ਦੋ ਟੁਕੜਿਆਂ ਵਿੱਚ ਟੁੱਟ ਗਿਆ। It certainly was dreadful hard frost, ਕਿਉਂਕਿ ਬਹੁਤ ਜ਼ਿਆਦਾ ਕੋਰਾ ਪੈ ਰਿਹਾ ਹੈ। Early the morning the mayor was walking in the square below in company with the town councillors. ਤਾਂ ਅਗਲੀ ਸਵੇਰ ਆ ਜਾਂਦੀ ਹੈ, ਮੇਅਰ ਉੱਥੋਂ ਲੰਘ ਰਿਹਾ ਹੁੰਦਾ ਹੈ, ਸ਼ਹਿਰ ਦਾ ਮੇਅਰ ਹੁੰਦਾ ਜਿਹੜਾ, ਉੱਥੋਂ ਲੰਘ ਰਿਹਾ ਹੁੰਦਾ ਤਾਂ ਦੇਖਦਾ ਆਪਣੇ ਕਾਉਂਸਲਰਸ ਦੇ ਨਾਲ। ਐਜ਼ ਦੇ ਪਾਸ ਦ ਕਾਲਮ ਹੀ ਲੁਕਡ ਅਪ ਐਟ ਦ ਸਟੈਚੂ, ਉਹ ਸਟੈਚੂ ਵੱਲ ਦੇਖਦਾ। ਡੀਅਰ ਮੀ ਹਾਊ ਸ਼ੈਬੀ ਦ ਹੈਪੀ ਪ੍ਰਿੰਸ ਲੁਕਸ, ਹੀ ਸੈਡ। ਤਾਂ ਉਹ ਕਹਿੰਦਾ ਕਿ ਓਹੋ ਕਿੰਨਾ ਗੰਦਾ ਭੱਦਾ ਲੱਗ ਰਿਹਾ ਹੈਪੀ ਪ੍ਰਿੰਸ। ਹਾਊ ਸ਼ੈਬੀ ਇੰਡੀਡ, ਹਾਂ ਕਿੰਨਾ ਭੱਦਾ ਲੱਗ ਰਿਹਾ, ਕ੍ਰਾਈਡ ਦ ਟਾਊਨ ਕਾਉਂਸਲਰਸ, who always agreed with the mayor, and they went up to look at it.
ਉਹ ਵੀ ਕਾਉਂਸਲਰਸ ਵੀ ਇਸੇ ਤਰ੍ਹਾਂ ਕਹਿੰਦੇ ਨੇ, ਉਹ ਹਮੇਸ਼ਾ ਹੀ ਮੇਅਰ ਦੇ ਨਾਲ ਰਾਜੀ ਰਹਿੰਦੇ ਨੇ, ਸਹੀ ਉਵੇਂ ਹੀ ਬੋਲਦੇ ਨੇ ਜਿਵੇਂ ਮੇਅਰ ਬੋਲਦਾ ਹੈ, ਤੇ ਉਹ ਸਟੈਚੂ ਦੇ ਨੇੜੇ ਜਾਂਦੇ ਨੇ। The ruby was fallen out of his sword, his eyes are gone and his golden nose longer, said the mayor। ਮੇਅਰ ਕਹਿੰਦਾ ਕਿ ਹੁਣ ਰੂਬੀ ਵੀ ਨਹੀਂ ਰਹੀ ਉਸਦੀ ਸੌਰਡ ਦੇ ਵਿੱਚ, ਅੱਖਾਂ ਵੀ ਨਹੀਂ ਹੈ, ਤੇ ਹੁਣ ਉਹਦੇ ਉੱਪਰ ਗੋਲਡ ਵੀ ਨਹੀਂ ਹੈ। He is little better than a beggar, ਉਹ ਤਾਂ ਇੱਕ ਭਿਖਾਰੀ ਨਜ਼ਰ ਆ ਰਿਹਾ ਹੈ। Little better than a beggar, said the town councillors, and here is actually a dead bird at his feet, ਉਸਦੇ ਪੈਰਾਂ ਦੇ ਵਿੱਚ ਵੀ ਇੱਕ ਬਰਡ ਮਰਿਆ ਪਿਆ। Continued the mayor, we must really issue a proclamation that birds are not to be allowed to die here, ਆਪਾਂ ਨੂੰ ਇੱਕ ਪ੍ਰੋਕਲੇਮੇਸ਼ਨ ਕਰਨੀ ਚਾਹੀਦੀ ਹੈ ਕਿ ਬਰਡਸ ਇੱਥੇ ਆ ਕੇ ਨਹੀਂ ਮਰ ਸਕਦੇ। ਐਂਡ ਦ ਟਾਊਨ ਕਲਰਕ ਮੇਡ ਅ ਨੋਟ ਆਫ ਦ ਸਜੈਸ਼ਨ, ਤਾਂ ਟਾਊਨ ਕਲਰਕ ਇਸ ਚੀਜ਼ ਨੂੰ ਨੋਟ ਕਰ ਲੈਂਦਾ ਕਿ ਠੀਕ ਹੈ ਆਪਾਂ ਨੇ ਇਹ ਪ੍ਰੋਕਲੇਮੇਸ਼ਨ ਕੱਢਣੀ ਹੈ। ਸੋ ਦੇ ਪੁੱਲ ਡਾਊਨ ਦਾ ਸਟੈਚੂ ਆਫ ਦਾ ਹੈਪੀ ਪ੍ਰਿੰਸ, ਫਿਰ ਉਹ ਹੈਪੀ ਪ੍ਰਿੰਸ ਦਾ ਜਿਹੜਾ ਸਟੈਚੂ ਹੁੰਦਾ ਉਹਨੂੰ ਨੀਚੇ ਤਾਰ ਲੈਂਦੇ ਨੇ। ਐਜ਼ ਹੀ ਨੋ ਲੋਂਗਰ ਬਿਊਟੀਫੁਲ ਹੀ ਇਜ਼ ਨੋ ਲੋਂਗਰ ਯੂਜ਼ਫੁਲ, ਕਿਉਂਕਿ ਹੁਣ ਉਹ ਖੂਬਸੂਰਤ ਨਹੀਂ ਰਿਹਾ ਤਾਂ ਹੁਣ ਉਹ ਯੂਜ਼ਫੁਲ ਵੀ ਨਹੀਂ ਰਿਹਾ, ਕਿਉਂਕਿ ਹੁਣ ਉਹ ਸ਼ਹਿਰ ਦੀ ਜਿਹੜੀ ਸ਼ਾਨੋ ਸ਼ੌਕਤ ਸੀ ਉਹ ਨਹੀਂ ਰਿਹਾ। ਸੈਡ ਦਾ ਪ੍ਰੋਫੈਸਰ ਐਟ ਦਾ ਯੂਨੀਵਰਸਿਟੀ, ਪ੍ਰੋਫੈਸਰ ਨੇ ਯੂਨੀਵਰਸਿਟੀ ਦੇ ਕਿਹਾ। ਦੈਨ ਦੇ ਮੈਲਟਡ ਦ ਸਟੈਚੂ ਇਨ ਅ ਫਰਨੇਸ, ਫਿਰ ਉਹਨਾਂ ਨੇ ਉਸ ਸਟੈਚੂ ਨੂੰ ਇੱਕ ਫਰਨੇਸ ਦੇ ਵਿੱਚ, ਇੱਕ ਭੱਠੀ ਦੇ ਵਿੱਚ ਪਿਘਲਾ ਲਿਆ। ਵਾਟ ਅ ਸਟ੍ਰੇਂਜ ਥਿੰਗ, ਕਿੰਨੀ ਅਜੀਬ ਗੱਲ ਹੈ। ਸੈਡ ਦਾ ਓਵਰਸੀਅਰ ਆਫ ਦ ਵਰਕਮੈਨ ਐਟ ਅ ਫਾਊਂਡਰੀ, ਤਾਂ ਉਸ ਭੱਠੀ ਦੇ ਉੱਪਰ ਜਿਹੜਾ ਓਵਰਸੀਅਰ ਹੁੰਦਾ ਉਹ ਆਪਣੇ ਬੰਦਿਆਂ ਨੂੰ ਕਹਿੰਦਾ ਦਿਸ ਬ੍ਰੋਕਨ ਲੈਡ ਹਾਰਟ ਵਿਲ ਨਾਟ ਮੈਲਟ ਇਨ ਦ ਫਰਨੇਸ, ਕਿ ਇਹ ਜਿਹੜਾ ਲੈਡ ਹਾਰਟ ਹੈ ਇਹ ਭੱਠੀ ਦੇ ਵਿੱਚ ਨਹੀਂ ਪਿਘਲਣਾ। ਵੀ ਮਸਟ ਥਰੋ ਇਟ ਅਵੇ, ਆਪਾਂ ਨੂੰ ਇਹ ਸੁੱਟ ਦੇਣਾ ਚਾਹੀਦਾ ਹੈ। ਸੋ ਦੇ ਥ੍ਰੂ ਇਟ ਔਨ ਅ ਡਸਟ ਹੀਪ, ਇਸ ਕਰਕੇ ਉਹ ਉਸ ਨੂੰ ਮਿੱਟੀ ਦੇ ਢੇਰ ਦੇ ਉੱਪਰ ਸਿੱਟ ਦਿੰਦੇ ਨੇ, ਕੂੜੇ ਦੇ ਉੱਪਰ ਸਿੱਟ ਦਿੰਦੇ ਨੇ। ਵੇਅਰ ਦ ਡੈਡ ਸਵੈਲੋ ਵਾਜ਼ ਆਲਸੋ ਲਾਈਂਗ, ਜਿੱਥੇ ਡੈਡ ਸਵੈਲੋ ਵੀ ਪਿਆ। ਬ੍ਰਿੰਗ ਮੀ ਦ ਟੂ ਮੋਸਟ ਪ੍ਰੈਸ਼ੀਅਸ ਥਿੰਗਸ ਇਨ ਦ ਸਿਟੀ, ਸੈਡ ਗੋਡ ਟੂ ਵਨ ਆਫ ਹਿਜ਼ ਐਂਜਲਸ, ਤਾਂ ਗੋਡ ਨੇ ਆਪਣੇ ਐਂਜਲਸ ਦੇ ਵਿੱਚੋਂ ਇੱਕ ਐਂਜਲ ਨੂੰ ਕਿਹਾ ਕਿ ਸ਼ਹਿਰ ਦੀ ਸਭ ਤੋਂ ਖੂਬਸੂਰਤ ਚੀਜ਼ਾਂ, ਦੋ ਚੀਜ਼ਾਂ ਲੈ ਕੇ ਆ। ਐਂਡ ਦ ਐਂਜਲ ਬ੍ਰੌਟ ਹਿਮ ਦ ਲੈਡ ਹਾਰਟ and the dead bird. You have rightly chosen, said God, for in my garden of paradise this little bird shall sing for evermore, and in my city of gold the happy prince shall praise me. ਤਾਂ God ਨੇ ਕਿਹਾ ਤੂੰ ਬਿਲਕੁਲ ਸਹੀ ਚੀਜ਼ਾਂ ਚੁਣੀਆਂ ਹਨ, ਜੋ ਇਹ ਪੰਛੀ ਹੈ ਇਹ ਮੇਰੇ ਸਵਰਗ ਦੇ ਬਗੀਚੇ ਵਿੱਚ ਇਹ ਗਾਇਆ ਕਰੂਗਾ, ਅਤੇ ਜੋ ਇਹ ਹੈਪੀ ਪ੍ਰਿੰਸ ਹੈ ਇਹ ਮੇਰੇ ਸਿਟੀ ਆਫ ਗੋਲਡ ਦੇ ਵਿੱਚ ਇਸ ਨੂੰ ਮੈਂ ਰੱਖਾਂਗਾ। ਤਾਂ ਬੱਚਿਓ ਇਹ ਕਹਾਣੀ ਲਿਖੀ ਹੋਈ ਹੈ ਆਸਕਰ ਵਾਈਲਡ ਦੀ। ਰਾਈਟਰ ਦਾ ਨਾਮ ਤੁਸੀਂ ਯਾਦ ਕਰ ਲੈਣਾ, ਸ਼ਾਰਟ ਕੁਐਸਚਨਸ ਦੇ ਵਿੱਚ ਕਈ ਵਾਰ ਆ ਜਾਂਦਾ। ਆਈ ਹੋਪ ਕਿ ਤੁਹਾਨੂੰ ਹੈਪੀ ਪ੍ਰਿੰਸ ਦੀ ਕਹਾਣੀ ਸਾਰੀ ਸਮਝ ਆ ਗਈ ਹੋਵੇਗੀ, ਅਤੇ ਹੁਣ ਆਪਾਂ ਇਸ ਦੇ ਸ਼ਾਰਟ ਕੁਐਸਚਨ ਆਬਜੈਕਟਿਵ ਟਾਈਪ ਕੁਐਸਚਨਸ ਦੇਖਾਂਗੇ, ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਸਾਈਟ ਬਣੀ ਹੋਈ ਹੈ, ਐਪ ਬਣੀ ਹੋਈ ਹੈ, ਉਸ ਦੇ ਉੱਪਰ ਪਏ ਨੇ। ਦ ਡ੍ਰੌਪਸ ਵਰ ਕਮਿੰਗ ਫਰੋਮ ਦ ਡੈਸ਼ ਆਫ ਦ ਹੈਪੀ ਪ੍ਰਿੰਸ, ਕਿੱਥੋਂ ਆ ਰਹੇ ਸੀ ਡ੍ਰੌਪਸ? ਫਰੋਮ ਦ ਆਈਜ਼। ਦ ਸਨ ਆਫ ਸੀਮਸਟ੍ਰੈਸ ਵਾਜ਼ ਕ੍ਰਾਈਂਗ ਬਿਕਾਜ਼ ਹੀ ਵਾਂਟਡ ਟੂ ਗੋ ਟੂ ਇਜਿਪਟ, ਇਜਿਪਟ ਜਾਣਾ ਸੀ ਸੀਮਸਟ੍ਰੈਸ ਦੇ ਬੱਚੇ ਨੇ। ਨੋ, ਇਹ ਤਾਂ ਗਲਤ ਹੈ, ਤਾਂ ਇਹ ਕੀ ਹੈ? ਫਾਲਸ। ਦ ਪੂਅਰ ਸੀਮਸਟ੍ਰੈਸ ਵਾਜ਼ ਗਿਵਨ ਦ ਡੈਸ਼ ਬਾਈ ਦ ਸਵੈਲੋ, ਕੀ ਦਿੱਤਾ ਸੀ ਸੀਮਸਟ੍ਰੈਸ ਨੂੰ? ਯਾਦ ਕਰੋ, ਸੀਮਸਟ੍ਰੈਸ ਨੂੰ ਕੀ ਮਿਲਿਆ ਸੀ? ਸੀਮਸਟ੍ਰੈਸ ਕੋਲ ਕੀ ਮਿਲਿਆ ਸੀ? ਰੂਬੀ, ਹੈ ਨਾ, ਰੈਡ ਰੂਬੀ ਮਿਲੀ ਸੀ ਨਾ। ਦੇਖੋ ਇੱਥੋਂ ਸਾਫ਼ ਪਤਾ ਲੱਗ ਰਿਹਾ ਸਵੈਲੋ ਦੇ ਮੂੰਹ 'ਚ ਵੀ ਰੈਡ ਰੂਬੀ ਹੈ। Who ordered to pull down the statue of the happy prince? ਕਿਸਨੇ ਕਿਹਾ ਵੀ ਹੈਪੀ ਪ੍ਰਿੰਸ ਦਾ ਸਟੈਚੂ ਨੀਚੇ ਉਤਾਰ ਲਓ, ਹੁਣ ਤਾਂ ਖਰਾਬ ਹੋ ਗਿਆ, ਸ਼ੈਬੀ ਦਿਖਣ ਲੱਗ ਗਿਆ? ਮੇਅਰ ਨੇ ਕਿਹਾ ਸੀ। The statue of the happy prince was decorated with diamonds, diamonds ਲੱਗੇ ਹੋਏ ਸੀ? False, diamonds ਤਾਂ ਲੱਗੇ ਹੀ ਨਹੀਂ ਹੋਏ ਸੀ। Who was sent to bring the two most precious things from the city? ਕਿਸ ਨੂੰ ਭੇਜਿਆ ਸੀ two most precious things ਲੈ ਕੇ ਆਉਣ ਲਈ ਸਿਟੀ ਦੇ ਵਿੱਚੋਂ? ਐਂਜਲ ਨੂੰ ਭੇਜਿਆ ਸੀ, ਹੈ ਨਾ। The man in the garret was writing a, ਕੀ ਲਿਖ ਰਿਹਾ ਸੀ? play ਲਿਖ ਰਿਹਾ ਸੀ। ਤਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਸ਼ਾਰਟ ਕੁਐਸਚਨਸ ਨੇ, ਆਬਜੈਕਟਿਵ ਟਾਈਪ ਕੁਐਸਚਨਸ ਦੇ ਵਿੱਚ ਆ ਜਾਂਦੇ ਨੇ। The drop were coming from the eyes of the happy prince,
The son of the seamstress was crying because he wanted to go to Egypt. False. The poor seamstress was given a ruby by the swallow. Who ordered to pull down the statue of the happy prince? Mayor. The statue of the happy prince was decorated with diamonds. False. Who was sent to bring the two most precious things from the city? Angel. The man in the garret was writing a play. ठीक है बच्चों, तो ये अपने ऑब्जेक्टिव टाइप क्वेश्चंस हो गए। ਹੁਣ ਆਪਾਂ ट्रांसलेशन देखांगे। Why are you weeping then? फिर तुसी क्यों रो रहे हो? They pulled down the statue of the happy prince. ਉਹਨਾਂ ਨੇ हैप्पी प्रिंस ਦੇ ਬੁੱਤ ਨੂੰ ਹੇਠਾਂ ਡੇਗ ਦਿੱਤਾ। I am waited for in Egypt. ਮੇਰਾ ਮਿਸਰ ਵਿੱਚ ਇੰਤਜ਼ਾਰ ਹੁੰਦਾ ਹੈ। ਮੇਰਾ ਮਿਸਰ ਵਿੱਚ ਇੰਤਜ਼ਾਰ ਹੋ ਰਿਹਾ ਹੈ ਵਾਲਾ ਠੀਕ ਹੈ। It is very cold here. ਇੱਥੇ ਬਹੁਤ ਠੰਡ ਹੈ। I have a golden bedroom. ਮੇਰਾ ਇੱਕ ਸੁਨਹਿਰੀ ਸੌਣ ਵਾਲਾ ਕਮਰਾ ਹੈ ਜਾਂ ਸੋਨੇ ਦਾ ਬਣਿਆ ਹੋਇਆ ਕਮਰਾ ਹੈ। There is not a single cloud in the sky. ਆਸਮਾਨ ਵਿੱਚ ਇੱਕ ਵੀ ਬੱਦਲ ਨਹੀਂ ਹੈ। Then another drop fell. ਫਿਰ ਇੱਕ ਹੋਰ ਬੂੰਦ ਡਿੱਗੀ। My courtiers called me the happy prince. ਮੇਰੇ ਦਰਬਾਰੀਆਂ ਨੇ ਮੈਨੂੰ ਹੈਪੀ ਪ੍ਰਿੰਸ ਕਹਿੰਦੇ ਸਨ। ਮੇਰੇ ਦਰਬਾਰੀ ਮੈਨੂੰ ਹੈਪੀ ਪ੍ਰਿੰਸ ਕਹਿੰਦੇ ਸਨ। I have come to bid you goodbye. ਮੈਂ ਤੁਹਾਨੂੰ ਅਲਵਿਦਾ ਕਹਿਣ ਆਇਆ ਹਾਂ। How hungry we are. ਅਸੀਂ ਕਿੰਨੇ ਭੁੱਖੇ ਹਾਂ। ਸੋ ਬੱਚਿਓ, ਇਹ ਸੀ ਤੁਹਾਡੀ ਟ੍ਰਾਂਸਲੇਸ਼ਨ, ਤੁਸੀਂ ਯਾਦ ਕਰ ਲੈਣੀ ਹੈ। ਉਸ ਤੋਂ ਬਾਅਦ ਕੁਐਸਚਨ ਆਨਸਰ। Where did the statue of the happy prince stand? It stood on a tall column. How was the statue decorated? It was decorated with gold and a red ruby. Where was the swallow going? The swallow was going to Egypt. Why did the swallow put up between the feet of the happy prince? Because it was a good position with the fresh air. Where were the drops coming from? The drops were coming from the eyes of the happy prince. Why was the happy prince crying? Because he could see the problems or the misery of the people. Describe the seamstress in the words of the prince. She was poor, her face was thin. Why was the seamstress little boy crying? Because he had fever, he was hungry also. How did both the happy prince and the swallow help the seamstress? They helped her by giving her the ruby. Why did the swallow feel warm? Because he had done a good action. What troubled the young man in the garret? Cold and hunger troubled him. How was the young man helped? He was helped with the sapphire. Why was the match girl crying? Because her matches were spoiled. The swallow said to the prince, I will stay with you always. Why? Because happy prince was blind now. How did the poor swallow manage to live in so much cold? The poor swallow managed to live by flapping his wings. ਆਪਣੇ ਪੰਖ ਖਿਲਾਰ ਲੈਂਦਾ ਸੀ ਤੇ ਉਹਦੇ ਵਿੱਚ ਲੁਕ ਜਾਂਦਾ ਸੀ। Why was the statue of the happy prince pulled down? Because it was not beautiful now. What were the two most precious things in the city? The lead heart of the happy prince and the dead swallow were the two most precious things in the city. So I hope कि ਤੁਹਾਨੂੰ ਇਹ ਵੀ ਸਮਝ ਆ ਗਏ ਹੋਣਗੇ। ਕੁਐਸਚਨ ਆਨਸਰ ਵੀ ਬਹੁਤ, ਜਦੋਂ ਆਪਾਂ ਕਹਾਣੀ ਅੱਛੀ ਤਰ੍ਹਾਂ ਸਮਝੀ ਹੋਵੇ ਤਾਂ ਕੁਐਸਚਨ ਆਨਸਰ ਵੀ ਈਜ਼ੀ ਹੋ ਜਾਂਦੇ ਨੇ। So thanks for watching. If you like my video, don't forget to like, comment and share my video, and you can subscribe my channel and press bell icon for next updates. Thank you very much.